ਹੈਲੋ एवरीवन, स्वागत है ਤੁਹਾਡਾ ਆਪਣੇ YouTube ਚੈਨਲ 3K ਲਰਨਿੰਗ ਤੇ। ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਆਪਣੇ SST ਦਾ ਫਸਟ ਟੌਪਿਕ ਜਿਹੜਾ ਕਿ ਆਪਣੇ ਸਿਲੇਬਸ ਦੇ ਵਿੱਚ ਦਿੱਤਾ ਹੋਇਆ ਹੈ, ਰਿਵੋਲਟ ਆਫ 1857। ਇਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਜਿਹੜਾ ਵਿਦਰੋਹ ਹੋਇਆ ਸੀ 1857 ਦੇ ਵਿੱਚ, ਉਹਦੇ ਕੀ ਕਾਰਨ ਸੀ, ਉਹਦੇ ਕੀ ਪ੍ਰਭਾਵ ਪਏ ਸੀਗੇ, ਇਹਨਾਂ ਨੂੰ ਇਨ ਡਿਟੇਲ ਡਿਸਕਸ ਕਰਾਂਗੇ। ਤੇ ਲਾਸਟ ਦੇ ਵਿੱਚ ਆਪਾਂ 20 MCQs ਨੂੰ ਵੀ ਕਵਰ ਕਰਾਂਗੇ ਤਾਂ ਕਿ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਇਸ ਟੌਪਿਕ ਦੇ ਵਿੱਚੋਂ ਕਿਸ ਪ੍ਰਕਾਰ ਦੇ MCQs ਬਣ ਕੇ ਆ ਰਹੇ ਨੇ। ਬਾਕੀ ਜਿਹੜੇ ਸਬਜੈਕਟ ਨੇ SST, ਹਿੰਦੀ, ਇਕਨੋਮਿਕਸ, ਮੈਥਸ, ਇਹਨਾਂ ਦੀ ਜਿਹੜੀ ਪਲੇਲਿਸਟ ਹੈ ਉਹ YouTube ਚੈਨਲ ਦੇ ਉੱਤੇ ਅਪਲੋਡ ਕਰ ਦਿੱਤੀ ਗਈ ਹੈ, ਤਾਂ ਤੁਸੀਂ ਉੱਥੋਂ ਜਾ ਕੇ ਦੇਖ ਸਕਦੇ ਹੋ। ਰੀਜ਼ਨਿੰਗ ਦੀ ਵੀ ਵੀਡੀਓਜ਼ ਜਿਹੜੀਆਂ ਨੇ ਉਹ ਅਪਲੋਡ ਹੋ ਚੁੱਕੀਆਂ ਨੇ, ਤਾਂ ਤੁਸੀਂ ਸਾਰੀ ਵੀਡੀਓਜ਼ ਨੂੰ ਜਾ ਕੇ ਵੇਖ ਸਕਦੇ ਹੋ ਅਤੇ ਉਹਦਾ ਸਿਲੇਬਸ ਜਿਹੜਾ ਹੈ ਉਹ ਕੰਪਲੀਟ ਕਰ ਸਕਦੇ ਹੋ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਚੈਨਲ 'ਤੇ ਨਵੇਂ ਨੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਕਿਉਂਕਿ ETT ਐਂਟਰੈਂਸ ਐਗਜ਼ਾਮ ਤੋਂ ਲੈ ਕੇ ETT ਕੈਡਰ ਤੱਕ ਦਾ ਸਫ਼ਰ ਜਿਹੜਾ ਹੈ ਆਪਾਂ ਕੰਪਲੀਟ ਕਰਾਂਗੇ। ਕਿ ਇਸ ਤੋਂ ਬਾਅਦ ਆਪਣਾ ਜਿਹੜਾ PS ਟੈਟ ਦੀਆਂ ਕਲਾਸਿਸ ਹੋਣਗੀਆਂ, ਦੈਨ ਆਪਾਂ ETT ਕੈਡਰ ਦੀਆਂ ਵੀ ਕਲਾਸਿਸ ਜਿਹੜੀਆਂ ਨੇ ਇਸੇ ਹੀ YouTube ਚੈਨਲ 'ਤੇ ਕੰਟੀਨਿਊ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ ਆਪਣੇ ਅੱਜ ਦੇ ਟੌਪਿਕ ਨੂੰ। ਇਹਦੇ ਵਿੱਚ ਆਪਾਂ ਡਿਸਕਸ ਕਰਨਾ ਹੈ 1857 ਦਾ ਵਿਦਰੋਹ। 1857 ਦਾ ਜਿਹੜਾ ਵਿਦਰੋਹ ਹੈ ਉਹ ਭਾਰਤ ਦੇ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ ਹੋਇਆ ਸੀਗਾ, ਜਿਹੜੇ ਕਿ ਅੰਗਰੇਜ਼ਾਂ ਦੇ ਖਿਲਾਫ ਸੀਗਾ। ਇਹਨਾਂ ਨੂੰ ਕੁਝ ਇਤਿਹਾਸਕਾਰਾਂ ਨੇ ਸੈਨਿਕ ਵਿਦਰੋਹ ਦੇ ਨਾਮ ਨਾਲ ਪਛਾਣਿਆ, ਯਾਨੀ ਕਿ ਉਹਨੂੰ ਸੈਨਿਕ ਵਿਦਰੋਹ ਨਾਮ ਦੇ ਦਿੱਤਾ, ਅਤੇ ਕੁਝ ਇਤਿਹਾਸਕਾਰਾਂ ਨੇ ਇਹਨਾਂ ਨੂੰ ਸੁਤੰਤਰਤਾ ਦੀ ਪਹਿਲੀ ਲੜਾਈ ਦਿੱਤੀ। ਅੰਗਰੇਜ਼ਾਂ ਨੇ ਇਸ ਵਿਦਰੋਹ ਨੂੰ ਦਬਾ ਤਾਂ ਲਿਆ ਸੀਗਾ, ਯਾਨੀ ਕਿ ਇਹਨੂੰ ਖ਼ਤਮ ਵੀ ਕਰ ਦਿੱਤਾ ਸੀਗਾ, ਪਰੰਤੂ ਫਿਰ ਵੀ ਇਹ ਜਿਹੜਾ ਇਹ ਵਿਦਰੋਹ ਸੀਗਾ, ਇਹਨੇ ਭਾਰਤ ਦੇ ਇਤਿਹਾਸ ਵਿੱਚ ਯੁੱਗ ਪਲਟਾਊ ਵਾਲਾ ਕੰਮ ਕੀਤਾ ਸੀਗਾ। ਯਾਨੀ ਕਿ ਇਸ ਦੌਰਾਨ ਅਸੀਂ ਕੀ ਹੋ ਗਏ ਸੀ, ਆਜ਼ਾਦੀ ਲੈਣ ਦੇ ਲਈ ਸੰਘਰਸ਼ ਕਰਨ ਦੇ ਲਈ ਉਤਸ਼ਾਹਿਤ ਹੋ ਗਏ ਸੀਗੇ। ਸੈਨਿਕ ਵਿਦਰੋਹ ਦਾ ਮਤਲਬ ਕੀ ਸੀਗਾ? ਸੈਨਿਕ ਵਿਦਰੋਹ ਦਾ ਮਤਲਬ ਹੁੰਦਾ ਹੈ ਜਦੋਂ ਸੈਨਿਕ ਇਕੱਠੇ ਹੋ ਕੇ ਸੈਨਿਕ ਅਫਸਰਾਂ ਦੇ ਹੁਕਮ ਮੰਨਣ ਤੋਂ ਇਨਕਾਰ ਕਰ ਦੇਣ, ਉਹਨੂੰ ਆਪਾਂ ਕੀ ਬੋਲਦੇ ਹਾਂ, ਸੈਨਿਕ ਵਿਦਰੋਹ ਕਹਿ ਦਿੰਦੇ ਹਾਂ। ਅੱਗੇ ਗੱਲ ਕਰਦੇ ਹਾਂ, ਕਹਿੰਦੇ 1857 ਦਾ ਜਿਹੜਾ ਵਿਦਰੋਹ ਹੋਇਆ ਸੀਗਾ ਉਹਦੇ ਕਾਰਨ ਕੀ ਸੀਗੇ, ਕੀ ਕਾਰਨ ਬਣੇ ਸੀਗੇ। ਤਾਂ ਇਹਦੇ ਵਿੱਚ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਰਾਜਨੀਤਿਕ ਕਾਰਨ ਡਿਸਕਸ ਕਰਾਂਗੇ, ਫਿਰ ਆਪਾਂ ਸਮਾਜਿਕ ਕਾਰਨ ਡਿਸਕਸ ਕਰਾਂਗੇ, ਫਿਰ ਆਪਾਂ ਆਰਥਿਕ ਕਾਰਕ ਵੇਖਾਂਗੇ, ਫਿਰ ਆਪਾਂ ਧਾਰਮਿਕ ਵੇਖਾਂਗੇ, ਅਤੇ ਫਿਰ ਆਪਾਂ ਸੈਨਿਕ ਕਾਰਨ ਵੇਖਾਂਗੇ। ਯਾਨੀ ਕਿ ਇਹ ਜਿਹੜੇ 5 ਪ੍ਰਕਾਰ ਦੇ ਕਾਰਨ ਨੇ, ਇਹਨਾਂ ਨੂੰ ਆਪਾਂ ਇਨ ਡਿਟੇਲ ਡਿਸਕਸ ਕਰਾਂਗੇ। ਸ਼ੁਰੂ ਕਰਦੇ ਹਾਂ ਪਹਿਲਾ ਰਾਜਨੀਤਿਕ ਕਾਰਨ, ਯਾਨੀ ਕਿ 1857 ਦੇ ਵਿਦਰੋਹ ਦੇ ਕਾਰਨ ਕੀ ਸੀਗੇ। ਸਭ ਤੋਂ ਪਹਿਲਾਂ ਆਉਂਦਾ ਹੈ ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰਨਾ। ਯਾਨੀ ਕਿ 1857 ਦੇ ਵਿੱਚ ਕੀ ਹੋਇਆ ਸੀਗਾ ਕਿ ਜਿਹੜੇ ਪੇਸ਼ਵਾ ਬਾਜੀ ਰਾਓ ਦੂਸਰੇ ਦੀ ਮੌਤ ਹੋ ਗਈ ਸੀਗੀ, ਪਰੰਤੂ ਉਸ ਦੀ ਮੌਤ ਤੋਂ ਬਾਅਦ ਜਦੋਂ ਨਾਨਾ ਸਾਹਿਬ ਉੱਤਰਾਧਿਕਾਰੀ ਬਣੇ ਤਾਂ ਲਾਰਡ ਡਲਹੌਜੀ ਨੇ ਉਹਨਾਂ ਦੀ ਪੈਨਸ਼ਨ ਬੰਦ ਕਰਤੀ। ਯਾਨੀ ਕਿ ਪੇਸ਼ਵਾ ਬਾਜੀ ਰਾਓ ਦੀ ਮੌਤ ਤੋਂ ਬਾਅਦ ਕੌਣ ਜਿਹੜਾ ਸ਼ਾਸਨ 'ਤੇ ਬੈਠਿਆ ਸੀਗਾ, ਨਾਨਾ ਸਾਹਿਬ ਬੈਠੇ ਸੀਗੇ। ਨਾਨਾ ਸਾਹਿਬ ਜਦੋਂ ਉੱਤਰਾਧਿਕਾਰੀ ਬਣੇ ਤਾਂ ਜਿਹੜੇ ਲਾਰਡ ਡਲਹੌਜੀ ਸੀਗੇ ਉਹਨਾਂ ਨੇ ਪੈਨਸ਼ਨ ਬੰਦ ਕਰ ਦਿੱਤੀ ਸੀਗੀ, ਜਿਹਦੇ ਕਰਕੇ ਨਾਨਾ ਸਾਹਿਬ ਨੇ ਅੰਗਰੇਜ਼ਾਂ ਦਾ ਕੀ ਕੀਤਾ, ਵਿਦਰੋਹ ਕੀਤਾ। ਪੇਪਰ 'ਚ ਕੁਐਸਚਨ ਕੀ ਆਏਗਾ, ਪੇਪਰ 'ਚ ਕੁਐਸਚਨ ਤੁਹਾਨੂੰ ਇਹ ਪੁੱਛ ਲੈਣਗੇ ਕਿ ਨਾਨਾ ਸਾਹਿਬ ਦੀ, ਪੇਪਰ 'ਚ ਕੁਐਸਚਨ ਆਏਗਾ ਨਾਨਾ ਸਾਹਿਬ ਦੀ ਪੈਨਸ਼ਨ ਕਿਸ ਨੇ ਬੰਦ ਕੀਤੀ। ਠੀਕ ਹੈ, ਇਹ ਕੁਐਸਚਨ ਬਣ ਸਕਦਾ ਹੈ। ਫਿਰ ਆਪਾਂ ਨੂੰ ਪੁੱਛ ਲੈਣਗੇ ਕਿ ਨਾਨਾ ਸਾਹਿਬ ਜਿਹੜੇ ਕਿਸ ਦੇ ਉੱਤਰਾਧਿਕਾਰੀ ਸੀ, ਤਾਂ ਪੇਸ਼ਵਾ ਬਾਜੀ ਰਾਓ ਦੇ ਉੱਤਰਾਧਿਕਾਰੀ ਸੀਗੇ। ਤਾਂ ਇਸ ਤਰ੍ਹਾਂ ਦੇ 2 ਕੁਐਸਚਨ ਜਿਹੜੇ ਤੁਹਾਡੇ ਇਹਦੇ 'ਚੋਂ ਬਣਨਗੇ। ਅੱਗੇ ਗੱਲ ਕਰਦੇ ਹਾਂ, ਨੈਕਸਟ ਪੁਆਇੰਟ ਹੈ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨਾਲ ਬੁਰਾ ਵਿਵਹਾਰ। ਅੰਗਰੇਜ਼ਾਂ ਨੇ ਕੀ ਕੀਤਾ ਸੀਗਾ, ਮੁਗਲ ਬਾਦਸ਼ਾਹ ਜਿਹੜੇ ਸੀਗੇ ਬਹਾਦਰ ਸ਼ਾਹ ਜ਼ਫਰ ਨੂੰ ਕਹਿ ਦਿੱਤਾ ਸੀ ਕਿ ਉਹਦੀ ਮੌਤ ਦੇ ਪਿੱਛੋਂ ਇਹ ਜਿਹੜਾ ਲਾਲ ਕਿਲ੍ਹੇ ਉੱਤੇ ਕਬਜ਼ਾ ਕਰ ਲਿੱਤਾ ਜਾਏਗਾ, ਜਿਹਨੂੰ ਬਹਾਦਰ ਸ਼ਾਹ ਨੇ ਇਹ ਸਮਝਿਆ ਕਿ ਇਹਨਾਂ ਨੇ ਮੇਰਾ ਅਪਮਾਨ ਕੀਤਾ ਹੈ, ਅਤੇ ਇਹਨਾਂ ਨੇ ਵੀ ਅੰਗਰੇਜ਼ੀ ਰਾਜ ਨੂੰ ਭਾਰਤ ਵਿੱਚੋਂ ਖ਼ਤਮ ਕਰਨ ਦਾ ਕੀ ਲੈ ਲਿਆ, ਪ੍ਰਣ ਕਰ ਲਿਆ। ਯਾਨੀ ਕਿ ਦੂਸਰਾ ਇਹਦਾ ਕਾਰਨ ਕੀ ਸੀਗਾ ਕਿ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨਾਲ ਕੀ ਕੀਤਾ ਗਿਆ, ਬੁਰਾ ਵਿਵਹਾਰ ਕੀਤਾ ਗਿਆ। ਇਹਦੇ ਵਿੱਚ ਤੁਹਾਨੂੰ ਜਿਹੜਾ ਹੈ ਉਹ ਕੀ ਕੁਐਸਚਨ ਪੁੱਛ ਸਕਦੇ ਨੇ। ਇਹਦੇ ਵਿੱਚ ਕੁਐਸਚਨ ਇਹ ਪੁੱਛਣਗੇ ਕਿ ਕਿਹਦੀ ਮੌਤ ਤੋਂ ਬਾਅਦ ਜਿਹੜਾ ਲਾਲ ਕਿਲ੍ਹਾ ਕਬਜ਼ੇ 'ਚ ਕਰ ਲੈਣ ਲਈ ਕਿਹਾ ਗਿਆ, ਤਾਂ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੀ ਮੌਤ ਤੋਂ ਬਾਅਦ।
ਅੱਗੇ ਗੱਲ ਕਰਦੇ ਹਾਂ ਲਾਰਡ ਡਲਹੌਜੀ ਦੁਆਰਾ ਲੈਪਸ ਨੀਤੀ ਅਪਣਾਉਣਾ, ਯਾਨੀ ਕਿ ਹੁਣ ਸਭ ਤੋਂ ਪਹਿਲਾਂ ਇਹਦੇ ਵਿੱਚ ਇਹ ਪੁੱਛਿਆ ਜਾਏਗਾ ਕਿ ਲੈਪਸ ਨੀਤੀ ਜਿਹੜੀ ਹੈ ਉਹ ਕਿਹਨੇ ਅਪਣਾਈ ਸੀਗੀ। ਤਾਂ ਲਾਰਡ ਡਲਹੌਜੀ ਨੇ ਲੈਪਸ ਨੀਤੀ ਅਪਣਾਈ ਸੀਗੀ, ਯਾਨੀ ਕਿ ਇਹਦੇ ਵਿੱਚ ਉਹਨਾਂ ਨੇ ਵੇਖਿਆ, ਕਹਿੰਦੇ ਜਿਹੜੇ ਲਾਰਡ ਡਲਹੌਜੀ ਨੇ ਕਹਿਤਾ, ਕਹਿੰਦੇ ਜੇਕਰ ਕਿਸੇ ਦੇਸ਼ੀ ਰਾਜ ਦਾ ਸ਼ਾਸਕ ਸੰਤਾਨਹੀਨ ਮਰ ਜਾਂਦਾ ਹੈ ਤਾਂ ਉਸ ਦੁਆਰਾ ਗੋਦ ਲਏ ਗਏ ਪੁੱਤਰ ਨੂੰ ਰਾਜ ਦਾ ਉੱਤਰਾਧਿਕਾਰੀ ਨਹੀਂ ਮੰਨਿਆ ਜਾਏਗਾ। मतलब की है कि भी अगर मान लो कोई राजा सीगा, राजा दी कोई भी संतान नहीं है, यानी कि उहदा कोई भी उत्तराधिकारी नहीं है, तो उहदा कोई भी अडॉप्टेड जिहड़ा चाइल्ड है वो उत्तराधिकारी नहीं मन्निया जाएगा, यानी कि वो राजकुमार नहीं होएगा। उस तो बाद उहनूं राजे दी गद्दी जिहड़ी है वो नहीं दित्ती जाएगी। ठीक है जी, अगे गल करते हाँ नैक्सट ते फिर कहते भी इस नीति के अंडर जोड़ा है उन्होंने संबलपुर, झांसी, नागपुर, उदयपुर आदि रियासतों अंग्रेजी साम्राज्य में मिला लिया। तो सिट्टे वजों इन्हां रियासतों ने अंग्रेज़ों के विरुद्ध की करना शुरू किया, लड़ाई लड़नी शुरू की। यानी कि हुण अगला क्वेश्चन तुहाडे पेपर दे विच की बनेगा, लैप्स नीति द्वारा किहड़े राजां नूं की कीता गया सीगा, आपदे अंडर कर लिया गया सी। ते जिहड़े इस बुक च लिखे है ये तुहानूं जरूर पता होने चाहिए ने। इहदे विच सब तो पहला की लिखा होया है संबलपुर, फिर आएगा झांसी। झांसी बहुत ज़्यादा इंपॉर्टेंट है क्योंकि आप इहदे विच रानी लक्ष्मी बाई बारे अगे डिस्कस करांगे। फिर अगे आंदा है नागपुर, नागपुर तो बाद आएगा उदयपुर। ठीक है जी, तो ये जिहड़े ने चार नाम तो आपां नूं याद होने चाहिए ही हैं। अगे गल करते हाँ अवध नूं अंग्रेजी साम्राज्य च मिला लेना। हुण कहते भी जिहड़ी अवध की रियासत सी ना वो आपदे आप विच बड़ा ही खुश चल रही सीगी, वो बड़े आराम नाल रह रहे सीगे। परंतु जिहड़े लार्ड डलहौजी ने उन्होंने की कीता, कहते कि भी अवध दे विच जिहड़ा शासन है ना वो सही नहीं चल रहा, इस करके इहनूं की कर लो अंग्रेज़ां दे विच मिला लो, यानी कि अंग्रेज साम्राज्य मिला लो। इस करके अवध का जिहड़ा नवाब सी वाजिद अली शाह ने भी की कर दिता, जिहड़ा विद्रोह करता। हुण तुहानूं पेपर दे विच पुछ लैणगे कि अवध दा नवाब कौन सीगा, अवध दा नवाब कौन सीगा किस टाइम ते 1857 दे विद्रोह टाइम। तो उस टाइम दे विच इत्थों दा नवाब सीगा वाजिद अली शाह। ये नाम तुहानूं याद होने चाहिए ने, केवल जिहड़े बुक दे विच दिते हुए नाम ने, यानी कि जिहड़े इस PDF दे विच दिते हुए नाम ने, ये नाम तो तुहानूं हमेशा याद होने ही चाहिए ने, क्योंकि ये वाला जिहड़ा है पंजाब बोर्ड की बुक्स दे विच दिता होया है। तो कल नूं अगर पेपर बनता है तो बुक्स दे विचों ही बन के आएगा। ठीक है जी, उस तो बाद अवध नूं किन्ने अंग्रेजी साम्राज्य विच मिलाया सीगा, तो उत्थे की आएगा डलहौजी ने। डलहौजी ने की कीता सीगा अंग्रेजी साम्राज्य दे विच मिला लिया सीगा किनू, अवध नूं। अगे गल करते हाँ समाजिक ते धार्मिक कारण। समाजिक ते धार्मिक कारण की सीगे, कहते अंग्रेज़ों का जिहड़ा जरनल दे विचों लॉर्ड विलियम, एक नाम आप पिछे पढ़ के आए लॉर्ड डलहौजी पढ़िया सीगा ना, हुण आप पढ़ांगे लॉर्ड विलियम बेंटिंग ते लॉर्ड डलहौजी ने भारतीय समाज विच भी जिहड़ा सुधार भी कीते, यानी कि इन्होंने कुछ चेंजिस भी लियाते। उन्होंने सती प्रथा ਅਤੇ ਕੰਨਿਆ ਹੱਤਿਆ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਅਤੇ ਉਹਨਾਂ ਨੇ ਵਿਧਵਾ ਪੁਨਰ ਵਿਵਾਹ ਦੀ ਆਗਿਆ ਵੀ ਦਿੱਤੀ। ਉਹਨਾਂ ਨੇ ਜਾਤ ਪਾਤ ਤੇ ਛੂਆ-ਛੂਤ ਦੀ ਮਨਾਹੀ ਕੀਤੀ, ਪਰੰਤੂ ਇਹਨਾਂ ਸੁਧਾਰਾਂ ਦਾ ਲੋਕਾਂ ਉੱਤੇ ਉਲਟੀ ਅਸਰ ਪੈ ਗਿਆ, ਕਿਉਂਕਿ ਉਹ ਲੋਕ ਇਹ ਸਮਝਦੇ ਸੀ ਵੀ ਇਹਨੂੰ ਆਦੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਸਮਝਣ ਲੱਗ ਗਏ ਸੀ, ਜਿਹਦੇ ਕਰਕੇ ਉਹਨਾਂ ਨੇ ਅੰਗਰੇਜ਼ੀ ਸਾਮਰਾਜ ਦਾ ਕੀ ਕੀਤਾ, ਵਿਦਰੋਹ ਕੀਤਾ। ਹੁਣ ਯਾਨੀ ਕਿ ਜਿਹੜੇ ਲਾਰਡ ਡਲਹੌਜੀ ਤੇ ਲਾਰਡ ਵਿਲੀਅਮ ਬੈਂਟਿੰਗ ਸੀਗੇ, ਇਹਨਾਂ ਨੇ ਕੁਝ ਜਿਹੜੇ ਨੇ ਸਮਾਜ ਦੇ ਵਿੱਚ ਵਧੀਆ ਕੰਮ ਵੀ ਕੀਤੇ, ਪਰੰਤੂ ਵਧੀਆ ਕੰਮ ਦਾ ਜਿਹੜਾ ਨਤੀਜਾ ਨਾ ਉਹ ਮਾੜਾ ਹੀ ਨਿਕਲਿਆ, ਕਿਉਂਕਿ ਬਾਕੀ ਕੰਮ ਤਾਂ ਮਾੜੇ ਹੀ ਹੋ ਰਹੇ ਸੀ ਨਾ। ਤੇ ਇਸ ਕਰਕੇ ਇਹਨਾਂ ਦਾ ਵੀ ਵਿਦਰੋਹ ਕੀਤਾ ਗਿਆ। ਵਿਦਰੋਹ ਕਿਸ ਗੱਲ ਕਰਕੇ ਕੀਤਾ ਗਿਆ ਕਿ ਵੀ ਜਿਹੜੇ ਇਸ ਅੰਗਰੇਜ਼ ਨੇ ਉਹ ਸਾਡੇ ਧਾਰਮਿਕ ਆਸਥਾ ਦੇ ਵਿੱਚ ਕੀ ਕਰ ਰਹੇ ਨੇ, ਸਾਨੂੰ ਜਿਹੜਾ ਉਹ ਕਰ ਰਹੇ ਨੇ, ਯਾਨੀ ਕਿ ਸਾਨੂੰ ਰੋਕ ਰਹੇ ਨੇ, ਜਾਂ ਇੰਝ ਕਹਿ ਲਓ ਸਾਨੂੰ ਸਾਡੀ ਧਾਰਮਿਕ ਆਸਥਾ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਨੇ। ਫਿਰ ਅੱਗੇ ਗੱਲ ਕਰਦੇ ਹਾਂ ਈਸਾਈ ਧਰਮ ਦਾ ਪ੍ਰਚਾਰ। ਈਸਾਈ ਧਰਮ ਦੇ ਪ੍ਰਚਾਰ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਕਾਫੀ ਗਿਣਤੀ ਵਿੱਚ ਈਸਾਈ ਪਾਦਰੀ ਭਾਰਤ ਵਿੱਚ ਆ ਗਏ, ਯਾਨੀ ਕਿ ਜਦੋਂ ਅੰਗਰੇਜ਼ ਆਪਣੇ ਇੱਥੇ ਆਏ ਤਾਂ ਪਾਦਰੀ ਵਗੈਰਾ ਵੀ ਆਪਣੇ ਇੱਥੇ ਆ ਗਏ। ਹੁਣ ਉਹਨਾਂ ਲੋਕਾਂ ਨੇ ਵੱਡੀ
ਵੱਡੀਆਂ ਵੱਡੀਆਂ ਜਿਹੜੀਆਂ ਜਾਇਦਾਦਾਂ, ਇਨਾਮ, ਉੱਚੀਆਂ ਨੌਕਰੀਆਂ ਦਾ ਲਾਲਚ ਦੇ ਕੇ ਕੀ ਕੀਤਾ, ਈਸਾਈ ਧਰਮ ਅਪਣਾਉਣ ਦੇ ਲਈ ਕਿਹਾ ਤੇ ਉਹਨਾਂ ਦਾ ਪ੍ਰਚਾਰ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਹਿੰਦੂ ਧਰਮ ਅਤੇ ਮੁਸਲਮਾਨ ਧਰਮ ਯਾਨੀ ਕਿ ਇਸਲਾਮ ਧਰਮ ਦਾ ਕੀ ਕੀਤਾ, ਅਪਮਾਨ ਵੀ ਕੀਤਾ। ਇਸ ਲਈ ਭਾਰਤੀਆਂ ਨੇ ਆਪਣੇ ਧਰਮ ਦੀ ਰੱਖਿਆ ਕਰਨ ਦੇ ਲਈ ਅੰਗਰੇਜ਼ਾਂ ਦੇ ਵਿਰੁੱਧ ਵੀ ਕੀ ਕੀਤਾ, ਆਵਾਜ਼ ਚੱਕੀ। ਅੱਗੇ ਗੱਲ ਕਰਦੇ ਹਾਂ ਲੋਕਾਂ ਨਾਲ ਭੈੜਾ ਵਰਤਾਓ। ਹੁਣ ਅੰਗਰੇਜ਼ ਕੀ ਕਰਦੇ ਸੀਗੇ, ਭਾਰਤੀ ਲੋਕਾਂ ਦੇ ਨਾਲ ਭੈੜਾ ਵਿਵਹਾਰ ਕਰਦੇ ਸੀਗੇ, ਯਾਨੀ ਕਿ ਉਹਨਾਂ ਨੂੰ ਭਾਰਤੀ ਲੋਕਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਸੀਗੀਆਂ। ਹੋਟਲਾਂ ਅਤੇ ਸਿਨੇਮਾ ਘਰਾਂ ਦੇ ਵਿੱਚ, ਜਨਤਕ ਥਾਵਾਂ ਦੇ ਵਿੱਚ ਕਈ ਤਰ੍ਹਾਂ ਦੇ ਭੇਦਭਾਵ ਕੀਤੇ ਜਾਂਦੇ ਸੀਗੇ। ਇਸ ਕਰਕੇ ਭਾਰਤੀ ਅੰਗਰੇਜ਼ਾਂ ਦੇ ਵਿਰੁੱਧ ਜਿਹੜਾ ਹੈ ਕੀ ਕੀਤਾ ਗਿਆ, ਵਿਰੋਧ ਸ਼ੁਰੂ ਕੀਤਾ ਗਿਆ। ਫਿਰ ਨੌਕਰੀਆਂ ਦੇ ਵਿੱਚ ਅਸਮਾਨਤਾ, ਯਾਨੀ ਕਿ ਜਿਹੜੇ ਅੰਗਰੇਜ਼ ਪੜ੍ਹੇ ਲਿਖੇ ਸੀ ਅਤੇ ਭਾਰਤੀਆਂ ਨੂੰ ਉੱਚ ਅਹੁਦੇ ਨਹੀਂ ਦਿੱਤੇ ਜਾਂਦੇ ਸੀਗੇ, ਯਾਨੀ ਕਿ ਜਿਹੜੇ ਪੜ੍ਹੇ ਲਿਖੇ ਭਾਰਤੀ ਸੀਗੇ ਨਾ ਉਹਨਾਂ ਨੂੰ ਸਿਰਫ ਨੀਵੇਂ ਪੱਧਰ ਦੇ ਉੱਤੇ ਹੀ ਰੱਖਿਆ ਜਾਂਦਾ ਸੀਗਾ, ਕੇਵਲ ਛੋਟੇ ਛੋਟੇ ਅਹੁਦੇ ਨਹੀਂ ਦਿੱਤੇ ਜਾਂਦੇ ਸੀਗੇ। ਅਤੇ ਜਿਹੜੀ ਅੰਗਰੇਜ਼ੀ ਕਰਮਚਾਰੀਆਂ ਦੇ ਨਾਲੋਂ ਵੀ ਉਹਨਾਂ ਨੂੰ ਤਨਖਾਹ ਜਿਹੜੀ ਹੈ ਉਹ ਘੱਟ ਦਿੱਤੀ ਜਾਂਦੀ ਸੀ। ਇਸ ਲਈ ਭਾਰਤੀ ਲੋਕਾਂ ਨੇ ਅੰਗਰੇਜ਼ਾਂ ਦਾ ਕੀ ਕੀਤਾ, ਵਿਦਰੋਹ ਕੀਤਾ। ਫਿਰ ਜ਼ਿਮੀਂਦਾਰਾਂ ਦੀ ਬੁਰੀ ਹਾਲਤ। ਹੁਣ ਇਹਦੇ 'ਚ ਵਿਲੀਅਮ ਬੈਂਟਿੰਗ ਨੇ ਕੀ ਕੀਤਾ ਸੀਗਾ ਕਿ ਕਰ ਮੁਕਤ ਜ਼ਮੀਨਾਂ 'ਤੇ ਮੁੜ ਕਰ ਲਗਾਤਾ, ਯਾਨੀ ਕਿ ਜਿਹੜੀਆਂ ਜ਼ਮੀਨਾਂ ਦੇ ਉੱਤੇ ਕਰ ਨਹੀਂ ਲੱਗਣਾ ਚਾਹੀਦਾ ਸੀਗਾ, ਵਿਲੀਅਮ ਬੈਂਟਿੰਗ ਨੇ ਕੀ ਕੀਤਾ, ਉਹਨਾਂ ਦੇ ਉੱਤੇ ਵੀ ਕਰ ਲਗਾਉਣਾ ਸ਼ੁਰੂ ਕਰ ਦਿੱਤਾ। ਅਤੇ ਜਿਹੜੀ ਜਗੀਰਦਾਰਾਂ ਨੂੰ ਇਨਾਮ ਵਜੋਂ ਦਿੱਤੀਆਂ ਗਈਆਂ ਜਿਹੜੀਆਂ ਸੀਗੀਆਂ, ਜਿਹੜੀਆਂ ਕਿ ਬਾਦਸ਼ਾਹ ਦੁਆਰਾ ਰਾਜ ਦੇ ਜਾਗੀਰਦਾਰਾਂ ਨੂੰ ਇਨਾਮ ਵਿੱਚ ਦਿੱਤੀਆਂ ਗਈਆਂ, ਜਿਹੜੀ ਯਾਨੀ ਕਿ ਇਨਾਮ ਵਿੱਚ ਦਿੱਤੀਆਂ ਚੀਜ਼ਾਂ ਦੇ ਉੱਤੇ ਕਰ ਨਹੀਂ ਲਗਾਇਆ ਜਾਂਦਾ ਸੀ, ਅਤੇ ਇਹਨਾਂ ਨੇ ਫਿਰ ਵੀ ਕਰ ਲਗਾਉਣਾ ਸ਼ੁਰੂ ਕੀਤਾ। ਅਤੇ ਜਿਹੜੀ ਦਰ ਹੈ ਕਰ ਦੀ ਉਹ ਵੀ ਕੀ ਕਰਤੀ, ਵਧਾ ਦਿੱਤੀ। ਸਰਕਾਰੀ ਕਰਮਚਾਰੀ ਭੂਮੀ ਲਗਾਨ ਇਕੱਠਾ ਕਰਨ ਸਮੇਂ ਜ਼ਮੀਨਦਾਰਾਂ ਦਾ ਕਈ ਤਰ੍ਹਾਂ ਦਾ ਸ਼ੋਸ਼ਣ ਕਰਦੇ ਸਨ, ਅਤੇ ਇਸ ਲਈ ਵੀ ਕੀ ਹੋਇਆ ਕਿ ਉਹਨਾਂ ਨੇ ਵੀ 1857 ਦੇ ਵਿਦਰੋਹ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਫਿਰ ਅੱਗੋਂ ਗੱਲ ਕਰਦੇ ਹਾਂ ਸੈਨਿਕਾਂ ਦੇ ਕਾਰਨ। ਸੈਨਿਕਾਂ ਦੇ ਕਾਰਨ ਕੀ ਸੀਗੇ ਕਿ ਭਾਰਤੀ ਜਿਹੜੀ ਸੈਨਾ ਸੀਗੀ ਉਹਨਾਂ ਨੂੰ ਤਨਖਾਹ ਘੱਟ ਦਿੱਤੀ ਜਾਂਦੀ ਸੀਗੀ, ਭਾਰਤੀ ਸੈਨਾ ਤੋਂ ਵੱਧ ਜਿਹੜੇ ਨੇ ਕੰਮ ਲਿਆ ਜਾਂਦਾ ਸੀ, ਵੱਡੇ ਅਹੁਦੇ ਜਿਹੜੇ ਨੇ ਉਹ ਨਹੀਂ ਦਿੱਤੀ ਜਾਂਦੀ ਸੀਗੇ। ਫਿਰ ਜਿਹੜਾ 1856 ਦੇ ਵਿੱਚ ਲਾਰਡ ਕੈਨਿੰਗ ਨੇ, ਆਹ ਨਾਮ ਤੁਸੀਂ ਜ਼ਰੂਰ ਯਾਦ ਰੱਖਣਾ ਹੈ, 1856 ਦੇ ਵਿੱਚ ਲਾਰਡ ਕੈਨਿੰਗ ਨੇ ਇੱਕ ਐਕਟ ਪਾਸ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤੀ ਸੈਨਿਕਾਂ ਨੂੰ ਯੁੱਧ ਵਿੱਚ ਭਾਗ ਲੈਣ ਦੇ ਲਈ ਸਮੁੰਦਰ ਪਾਰ ਕਿਸੇ ਵੀ ਸਥਾਨ 'ਤੇ ਭੇਜਿਆ ਜਾ ਸਕਦਾ ਸੀ, ਪਰੰਤੂ ਪੁਰਾਣੇ ਵਿਚਾਰਾਂ ਦੇ ਭਾਰਤੀ ਸੈਨਿਕ ਸਮੁੰਦਰੋਂ ਪਾਰ ਜਾਣ ਨੂੰ ਆਪਣੇ ਧਰਮ ਦੇ ਵਿਰੁੱਧ ਮੰਨਦੇ ਸਨ। ਉਸ ਦੂਸਰੇ ਦੇਸ਼ਾਂ ਦੇ ਮੌਸਮ ਅਤੇ ਕਠਿਨਾਈਆਂ ਤੋਂ ਡਰਦੇ ਸਨ, ਅਤੇ ਉਹ ਡਰਦੇ ਸਨ ਕਿ ਉਹ ਉਹਨਾਂ ਨੂੰ ਈਸਾਈ ਨਾ ਬਣਾ ਦੇਣ, ਜਿਹਦੇ ਕਰਕੇ ਕਿਸਾਨਾਂ ਨੇ ਵੀ ਜਿਹੜੇ ਸੈਨਿਕ ਨੇ ਉਹਨਾਂ ਨੇ ਵੀ ਕੀ ਕੀਤਾ, ਵਿਦਰੋਹ ਕਰਨਾ ਸ਼ੁਰੂ ਕੀਤਾ। ਆਹ ਵਾਲਾ ਜਿਹੜਾ ਚਰਬੀ ਵਾਲੇ ਕਾਰਤੂਸ ਦਾ ਜਿਹੜਾ ਕਾਰਨ ਹੈ ਇਹ ਬੜਾ ਹੀ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ 1857 ਦੇ ਵਿੱਚ ਕੀ ਹੋਇਆ ਸੀਗਾ ਕਿ ਅੰਗਰੇਜ਼ੀ ਸਰਕਾਰਾਂ ਨੇ ਰਾਈਫਲਾਂ ਦੇ ਵਿੱਚ ਜਿਹੜੀ ਨਵੀਂ ਕਿਸਮ ਲਿਆਂਦੀ ਸੀਗੀ, ਅਤੇ ਉਸ ਦੇ ਵਿੱਚ ਕਾਰਤੂਸ ਜਿਹੜਾ ਯੂਜ਼ ਕੀਤਾ ਜਾਂਦਾ ਸੀਗਾ ਉਹਨੂੰ ਚਲਾਉਣ ਤੋਂ ਪਹਿਲਾਂ ਮੂੰਹ ਨਾਲ ਖੋਲ੍ਹਿਆ ਜਾਂਦਾ ਸੀ, ਅਤੇ ਪਰੰਤੂ ਉਹਨੂੰ ਖੋਲ੍ਹਣ ਦੇ ਲਈ ਜਿਹੜਾ ਕਾਰਤੂਸ ਵਰਤਿਆ ਜਾਂਦਾ ਸੀਗਾ, ਯਾਨੀ ਕਿ ਜਿਹੜਾ ਉਹਦੇ ਲਈ ਮਟੀਰੀਅਲ ਵਰਤਿਆ ਜਾਂਦਾ ਸੀ, ਉਹਦੇ ਵਿੱਚ ਗਾਂ ਅਤੇ ਸੂਰ ਦੀ ਚਰਬੀ ਹੁੰਦੀ ਸੀਗੀ। ਹੁਣ ਉਹ ਕੀ ਹੁੰਦਾ ਸੀ, ਹਿੰਦੂ ਜਿਹੜੇ ਸੀਗੇ ਉਹ ਗਾਂ ਦੀ ਪੂਜਾ ਕਰਦੇ ਸੀ, ਅਤੇ ਮੁਸਲਮਾਨਾਂ ਦੇ ਲਈ ਸੂਰ ਖਾਣਾ ਜਿਹੜਾ ਉਹ ਪਾਪ ਮੰਨਿਆ ਜਾਂਦਾ ਹੈ। ਇਸ ਕਰਕੇ ਕੀ ਹੋਇਆ ਕਿ ਵੀ ਉਹਨਾਂ ਨੇ ਇਹ ਕਾਰਤੂਸ ਚਲਾਉਣ ਤੋਂ ਮਨਾ ਕਰ ਦਿੱਤਾ, ਜਿਹਦੇ ਕਰਕੇ ਉਹਨਾਂ ਦੀ ਜਿਹੜੀ ਧਾਰਮਿਕ ਭਾਵਨਾਵਾਂ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਠੇਸ ਪਹੁੰਚੀ। ਇਸ ਕਰਕੇ ਕਾਰਤੂਸ ਚਲਾਉਣ ਤੋਂ ਇਨਕਾਰ ਕਰਨ ਦੇ ਲਈ ਜਿਹੜਾ ਸਭ ਤੋਂ ਪਹਿਲਾ ਸੈਨਿਕ ਸੀਗਾ ਉਹ ਕੌਣ ਸੀਗਾ, ਮੰਗਲ ਪਾਂਡੇ ਸੀ। ਉਸ ਨੇ 29 ਮਾਰਚ 1857 ਦੇ ਵਿੱਚ ਕਾਰਤੂਸ ਚਲਾਉਣ ਤੋਂ ਮਨਾ ਕਰ ਦਿੱਤਾ ਅਤੇ ਅੰਗਰੇਜ਼ੀ ਅਫਸਰ ਦੀ ਹੱਤਿਆ ਵੀ ਕਰ ਦਿੱਤੀ, ਜਿਹਦੇ ਕਰਕੇ 1857 ਦੀ ਕੀ ਹੋਈ, ਬਗਾਵਤ ਦਾ ਆਰੰਭ ਹੋ ਗਿਆ। ਯਾਨੀ ਕਿ ਤੁਹਾਨੂੰ ਹੁਣ ਸਭ ਤੋਂ ਪਹਿਲਾਂ ਇਹ ਪੁੱਛ ਸਕਦੇ ਨੇ ਕਿ ਜਿਹੜਾ ਵਿਦਰੋਹ ਹੈ ਉਹਦੇ ਵਿੱਚ ਮੰਗਲ ਪਾਂਡੇ ਨੇ ਸਭ ਤੋਂ ਪਹਿਲਾਂ ਨਾ ਕਦੋਂ ਕੀਤੀ ਸੀ, ਤਾਂ ਕਦੋਂ ਕੀਤੀ ਸੀ, 29 ਮਾਰਚ 1857 'ਚ। ਠੀਕ ਹੈ ਜੀ, ਆ ਕੀ ਹੋਏਗਾ, ਤੁਹਾਡਾ ਉੱਤਰ ਹੋਏਗਾ ਜਦੋਂ ਮੰਗਲ ਪਾਂਡੇ ਨੇ ਕੀ ਕੀਤਾ ਸੀ, ਨਾ ਕੀਤਾ ਸੀਗਾ। ਅੱਗੇ ਗੱਲ ਕਰਦੇ ਹਾਂ ਹੁਣ ਅਲੱਗ-ਅਲੱਗ ਘਟਨਾਵਾਂ ਹੋਈਆਂ ਸੀਗੀਆਂ, ਜਿਵੇਂ ਕਿ ਵਿਦਰੋਹ ਦੀਆਂ ਅਲੱਗ-ਅਲੱਗ ਘਟਨਾਵਾਂ। ਸਭ ਤੋਂ ਪਹਿਲਾਂ ਮੰਗਲ ਪਾਂਡੇ ਦੀ ਜਿਹੜੀ ਘਟਨਾ ਹੈ ਹੁਣੇ ਆਪਾਂ ਪੜ੍ਹ ਕੇ ਆਏ, ਇਹ ਬੈਰਕਪੁਰ ਦੇ ਵਿੱਚ ਸ਼ੁਰੂ ਹੋਇਆ ਸੀਗਾ। ਇਸ ਵਿਦਰੋਹ ਦੀ ਜਿਹੜੀ ਅਗਵਾਈ ਹੈ ਉਹ ਕੌਣ ਕਰ ਰਹੇ ਸੀਗੇ, ਮੰਗਲ ਪਾਂਡੇ ਨਾਮ ਦੇ ਸੈਨਿਕ ਕਰ ਰਹੇ ਸੀ। ਮੰਗਲ ਪਾਂਡੇ ਨੇ ਚਰਬੀ ਵਾਲੇ ਕਾਰਤੂਸ ਚਲਾਉਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਸੀ, ਅਤੇ ਉਹਨਾਂ ਨਾਲ ਹੋਰ ਵੀ ਅਜਿਹੇ ਜਿਹੜੇ ਸੈਨਿਕ ਸੀ ਜਿਨ੍ਹਾਂ ਨੇ ਇਹ ਗੱਲ ਕਰਨ ਦੇ ਲਈ ਕਿਹਾ ਸੀਗਾ। ਸਰਕਾਰ ਨੇ ਕੀ ਕੀਤਾ, ਮੰਗਲ ਪਾਂਡੇ ਨੂੰ ਬੰਦੀ ਬਣਾਉਣ ਦਾ
हुक्म देता तो एक अंग्रेज नूं गोली मारी सीगी जिहदा नाम की सीगा हसन। हुण तुसीं ये भी याद रखना है कि मंगल पांडे ने गोली किनू मारी सीगी, हसन नूं गोली मारी सीगी, जिस करके इस नूं फांसी की सज़ा दी गई सीगी। 1857 दे जिहड़े पहले शहीद कौन सीगे, शहीद मंगल पांडे सीगे। इस घटना की खबर सुन के सारे भारत दे विच की हो गया, विद्रोह की भावना जिहड़ी है वो भड़क उठी सीगी। अगे गल करते हैं मेरठ की घटना। मेरठ विच भी की होया, इस प्रकार नाल जिहड़े 85 भारतीय सैनिक सीगे उन्होंने चरबी वाले कारतूस चलाने तो मना कर दिता सी, जिहदे करके इन्हों कैद कर लिया गया। फिर इस तो बाद जिहड़ा भारतीय जिहड़े सैनिक ने वो भड़क गए तो 31 मई नूं जिहड़े कि जिन्नियां दा भी विद्रोह किया गया सीगा, यानी कि विद्रोह करने की जिहड़ी निश्चित मिति सीगी उन्हां दा जिहड़ा इंतजार किए बिना 10 मई नूं 1857 नूं जेल तोड़ के अपने साथियों नूं की कर लिया, रिहा करा लिया। तो उन्होंने ये अंग्रेजी अफसर ते उन्हां दे परिवारां दा भी की कर दिता, कतल करता ते उन्होंने घर भी की दिते, साड़ दिते ते दिल्ली वाल नूं वध गए। फिर दिल्ली की घटना की हुई, मेरठ की घटना तो जस्ट बाद 11 मई 1857 ने भारतीय सेना जिहड़ी सीगी वो दिल्ली पहुँच गई। दिल्ली पहुँच के उन्होंने जिहड़े कमांडर रिपले सीगे उन्होंने उत्थे जाके रोकने की कोशिश की पर वो रोक नहीं सके। करनल ते होर अंग्रेजी अफसर सीगे उन्हां दा की कर दिता गया, कतल करता गया। तो फिर जिहड़ा भारतीय सैनिक ने दिल्ली के लाल किले के उत्ते कब्जा कर लिया। फिर जिहड़े बहादुर शाह जफर सीगे उन्होंने अपना की करता बादशाह ऐलान करता। तो ये लहर जी है हरेक जगह जिमें कि अलीगढ़, इटावा, मैनीपुरी तो बुंदेलखंड के फैल गई। फिर ये विद्रोह जोड़ा कानपुर, लखनऊ, झांसी अलग अलग जोड़े दे शहर से उन्होंने पहुँच गया। फिर लास्ट जिद आके जोड़ा पंजाब, राजस्थान, MP इन्हों के उत्ते जोड़ा प्रभाव पिया सीगा। फिर उस तो बाद अगे गल करिए तो जनरल निक्सन ने कुछ भारतीय अनियमित फौजा की मदद नाल 14 सितंबर को दिल्ली ते दोबारा कब्जा किया। हुण वेखो 11 मई दे विच तां की होया, जिहड़ी दिल्ली सीगी वो किहदे अंडर आ गई, हिंदुआं कोल आ गई, यानी कि इंडियंस लोगों कोल आ गई। तो इत्थे की होया 14 सितंबर को फिर अंग्रेज़ों ने उहदे ते कब्जा कर लिया। बहादुर शाह जफर को कैदी बना के रंगून भेज दिता गया, यानी कि हुण पेपर च क्वेश्चन पूछा जाएगा बहादुर शाह जफर को कित्थे भेजा गया सीगा, रंगून भेज दिता गया सीगा। ते उस तो बाद जिहड़े उहदे 2 पुत्र सीगे उन्हां नूं गोली मार दी गई सीगी। ते कुछ समय बाद जिहड़ा है उन्होंने जी बहादुर शाह की भी की होगी मौत होगी। तो मुगल सम्राट की पदवी भी की होगी खत्म होगी, क्योंकि इनू तो रंगून भेजता, इनू रंगून भेज के ते दोनों पुत्रां नूं गोली मार दी। उन्होंने गोली मारती, अगों कोई राज रहा नहीं, तो मुगल सम्राट की हो गया, खत्म हो गया। ठीक है। उस तो बाद अगे गल करते हैं कानपुर की घटना। हुण आपां नाना साहब बारे पढ़ के आए सी ना, नाना साहब ने अपने प्रसिद्ध जनरल तात्या टोपे की सहायता नाल कानपुर ते कब्जा किया, कई अंग्रेज अफसरां दा कतल कर दिता। तो 17 जुलाई 1857 नूं जनरल हैवलॉक ने तात्या टोपे नूं हरा के दोबारा कानपुर ते कब्जा कर लिया। तो नाना साहब ने जाके की कीता, नेपाल विच शरण लै ली अते तात्या टोपे उत्थों भज के झांसी की रानी कोल चला गया। दोबारा समझो कानपुर की घटना च गल करिए तो नाना साहब ने की कीता, आपदा जिहड़ा जनरल सी तात्या टोपे उन्हां दे नाल मिल के कानपुर नूं आदे अंडर कर लिया। परंतु अंग्रेज़ां ने की कीता, वापस जिहड़ा है 17 जुलाई 1857 नूं हैवलॉक ने की कीता, कानपुर ते वापस कब्जा किया ते नाना साहब नूं भजा के नेपाल पहुँचाता। एवें लिख लियो, एन तो नाना साहब, एन तो नेपाल चले गए। फिर उस तो बाद जिहड़ा तात्या टोपा सीगा वो कित्थे आ गया, झांसी की रानी कोल चला गया। लखनऊ की घटना की गल करिए तो लखनऊ जिहड़ी सीगी वो किसी अवध की राजधानी सी। अवध की राजधानी कौन, हुण तुहानूं ये पुछणगे कि अवध की राजधानी किहड़ी सी, ते अवध की राजधानी की आएगा, लखनऊ सी। अवध के लोगों ने इसका विद्रोह वध चढ़ के किया तो ये हिस्सा भी लिया, तो उन्होंने बहुत सारे अंग्रेज़ों को मार दिता। तो जदों जनरल हैवलॉक अंग्रेज़ों की सहायता करने के लिए पहुंचा, लखनऊ पहुंचा, तो विद्रोह ने उन्होंने भी कतल कर दिता। अंत अंग्रेज़ों ने लखनऊ उत्ते की किया, कब्जा कर ही लिया। यानी कि पहला की होया, कानपुर वाली घटना हुई, कानपुर दे भी कौन जनरल सीगा, हैवलॉक ही सीगा। फिर अगों भी कौन है, हैवलॉक ही है लखनऊ टाइम के उत्ते।
ਹੁਣ ਗੱਲ ਕਰਦੇ ਹਾਂ ਝਾਂਸੀ ਦੀ। ਝਾਂਸੀ ਦੀ ਰਾਣੀ ਲక్ష్ਮੀ ਬਾਈ ਦੇ ਦਿਲ ਵਿੱਚ ਅੰਗਰੇਜ਼ਾਂ ਪ੍ਰਤੀ ਬੜਾ ਹੀ ਰੋष ਸੀਗਾ, ਕਿਉਂਕਿ ਅੰਗਰੇਜ਼ਾਂ ਨੇ ਰਾਣੀ ਦੇ ਗੋਦਲੇ ਪੁੱਤਰ ਨੂੰ ਵਾਰਸ ਮੰਨਣ ਤੋਂ ਕੀ ਕਰ ਲਿਆ, ਇਨਕਾਰ ਕਰਤਾ ਸੀ। ਇਸ ਲਈ ਉਸ ਨੇ ਅੰਗਰੇਜ਼ਾਂ ਦੇ ਵਿਰੁੱਧ ਸੰਘਰਸ਼ ਕਰਨਾ ਸ਼ੁਰੂ ਕੀਤਾ। ਅੰਗਰੇਜ਼ਾਂ ਨੇ ਝਾਂਸੀ ਦੇ ਉੱਤੇ ਹਮਲਾ ਕਰ ਦਿੱਤਾ। ਝਾਂਸੀ ਦੀ ਰਾਣੀ ਅੰਗਰੇਜ਼ਾਂ ਦੇ ਵਿਰੁੱਧ ਬੜੀ ਬਹਾਦਰੀ ਨਾਲ ਲੜੀ। ਤਾਤਿਆ ਟੋਪੇ ਨੇ ਉਹਦੀ ਸਹਾਇਤਾ ਕੀਤੀ। ਯਾਦ ਹੋਏਗਾ ਕਾਨਪੁਰ ਦੀ ਲੜਾਈ ਤੋਂ ਜਿਹੜਾ ਹੈ ਭੱਜ ਕੇ ਝਾਂਸੀ ਦੀ ਰਾਣੀ ਕੋਲ ਜਿਹੜਾ ਤਾਤਿਆ ਟੋਪੇ ਆ ਗਿਆ ਸੀਗਾ, ਪਰੰਤੂ ਉਹ ਬਹਾਦਰੀ ਨਾਲ ਲੜਦੀ ਹੋਈ ਵੈਰੀਆਂ ਦੇ ਹੱਥੋਂ ਸ਼ਹੀਦੀ ਪ੍ਰਾਪਤ ਕਰ ਗਈ। ਕੁਝ ਸਮੇਂ ਬਾਅਦ ਜਿਹੜਾ ਤਾਤਿਆ ਟੋਪੇ ਵੀ ਫੜਾ ਗਿਆ ਤੇ ਉਸ ਤੋਂ ਬਾਅਦ ਉਹਨੂੰ 1857 ਦੇ ਵਿੱਚ ਕੀ ਕਰ ਦਿੱਤਾ ਗਿਆ, ਸਜ਼ਾ ਦੇ ਦਿੱਤੀ ਗਈ ਫਾਂਸੀ ਦੀ। ਹੁਣ ਅੱਗੇ ਗੱਲ ਕਰੀਏ ਪੰਜਾਬ ਦੀ। ਪੰਜਾਬ ਜਿਹੜਾ ਹੈ ਰਿਆਸਤਾਂ ਸ਼ਾਸਕਾਂ ਨੇ 1857 ਦੇ ਵਿਦਰੋਹ ਵਿੱਚ ਅੰਗਰੇਜ਼ਾਂ ਦੀ ਸਹਾਇਤਾ ਕੀਤੀ ਸੀ। ਯਾਨੀ ਕਿ ਹੁਣ ਇੱਕ ਕਿਹੜਾ ਰਾਜ ਸੀਗਾ 1857 ਦੇ ਵਿੱਚ ਜਿਹਨੇ ਅੰਗਰੇਜ਼ਾਂ ਦੀ ਹੈਲਪ ਕੀਤੀ ਸੀਗੀ, ਉਹ ਕੌਣ ਸੀਗਾ, ਪੰਜਾਬ ਸੀਗਾ। ਪਰੰਤੂ ਪੰਜਾਬ ਵਿੱਚ ਅਨੇਕ ਸਥਾਨ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਵੀ ਕੀਤੇ ਗਏ ਸਨ। ਯਾਨੀ ਕਿ ਜੇ ਮੰਨ ਲਓ ਪੰਜਾਬ ਨੇ ਉਹਨਾਂ ਦਾ ਹੈਲਪ ਕੀਤੀ ਸੀ ਨਾ ਉਸ ਟਾਈਮ ਦੇ ਉੱਤੇ, ਤੇ ਪੰਜਾਬ ਦੇ ਅਨੇਕਾਂ ਜਗ੍ਹਾ ਦੇ ਉੱਤੇ ਉਹਨਾਂ ਦਾ ਵਿਦਰੋਹ ਵੀ ਹੋਇਆ ਸੀ। ਫਿਰੋਜ਼ਪੁਰ, ਪੇਸ਼ਾਵਰ, ਹੋਤੀ ਮਰਦਾਨ, ਜਲੰਧਰ ਆਦਿ ਅਜਿਹੇ ਸਥਾਨ ਸੀਗੇ ਜਿਨ੍ਹਾਂ ਉੱਤੇ ਅੰਗਰੇਜ਼ਾਂ ਦਾ ਵਿਰੋਧ ਕੀਤਾ ਗਿਆ ਸੀਗਾ। ਅੰਗਰੇਜ਼ਾਂ ਨੇ ਇਹਨਾਂ ਵਿਦਰੋਹ ਨੂੰ ਦਬਾ ਦਿੱਤਾ ਤੇ ਬਹੁ ਗਿਣਤੀ ਵਿੱਚ ਸੈਨਿਕਾਂ ਨੂੰ ਮਾਰ ਵੀ ਦਿੱਤਾ। ਆਧੁਨਿਕ ਜਿਹੜਾ ਹਰਿਆਣਾ ਰਾਜ ਦੇ ਰਵਾੜੀ, ਭਿਵਾਨੀ, ਬੱਲਭਗੜ੍ਹ, ਹਾਂਸੀ ਆਦਿ ਦੇ ਸਥਾਨਾਂ ਦੇ ਨੇਤਾਵਾਂ ਨੇ ਵੀ ਬੜੀ ਜਿਹੜੀ ਅੰਗਰੇਜ਼ਾਂ ਨੂੰ ਟੱਕਰ ਦਿੱਤੀ ਸੀਗੀ। 1857 ਦੇ ਵਿਦਰੋਹ ਜਿਹੜੇ ਸਥਾਨਾਂ 'ਤੇ ਹੋਏ ਉਹਨਾਂ ਦੀ ਆਪਾਂ ਸੂਚੀ ਤਿਆਰ ਕਰਨੀ ਹੈ ਤਾਂ ਇਹਨਾਂ ਦਾ ਜ਼ਰੂਰ ਤੁਸੀਂ ਧਿਆਨ ਰੱਖਿਓ। ਇਹਨਾਂ ਤੋਂ ਇਲਾਵਾ ਜਿਹੜਾ ਹੈ ਬਨਾਰਸ, ਇਲਾਹਾਬਾਦ, ਬਰੇਲੀ ਅਜਿਹੇ ਸਥਾਨ ਵੀ ਸੀ ਜਿਨ੍ਹਾਂ ਦੇ ਉੱਤੇ ਅੰਗਰੇਜ਼ਾਂ ਦੇ ਵਿਰੁੱਧ ਜਿਹੜੇ ਨੇ ਹਮਲੇ ਹੋਏ, ਪਰੰਤੂ ਫਿਰ ਵੀ ਜਿਹੜਾ ਅੰਗਰੇਜ਼ ਜਿੱਤ ਗਏ। ਹੁਣ ਇਹਦੇ 'ਚ ਗੱਲ ਕਰਦੇ ਹਾਂ ਪੰਜਾਬੀਆਂ ਦਾ ਕੀ ਯੋਗਦਾਨ ਰਿਹਾ ਸੀਗਾ। ਪੰਜਾਬੀਆਂ ਦਾ ਯੋਗਦਾਨ ਕੀ ਸੀਗਾ 1857 ਦੇ ਵਿੱਚ ਵਿਦਰੋਹ 10 ਮਈ 1857 ਨੂੰ ਮੇਰਠ ਤੋਂ ਸ਼ੁਰੂ ਹੋਇਆ ਸੀਗਾ। ਯਾਨੀ ਕਿ 1857 ਦਾ ਵਿਦਰੋਹ ਕਦੋਂ ਸ਼ੁਰੂ ਹੋਇਆ, 10 ਮਈ 1857 ਨੂੰ ਸ਼ੁਰੂ ਹੋਇਆ। ਕਿੱਥੋਂ ਸ਼ੁਰੂ ਹੋਇਆ, ਮੇਰਠ ਤੋਂ ਸ਼ੁਰੂ ਹੋਇਆ ਸੀਗਾ। ਅੱਗੇ ਗੱਲ ਕਰਦੇ ਹਾਂ, ਜਦੋਂ 12 ਮਈ 1857 ਨੂੰ ਇਸ ਵਿਦਰੋਹ ਦੀ ਖਬਰ ਲਾਹੌਰ ਪਹੁੰਚੀ ਤਾਂ ਪੰਜਾਬ ਵਿੱਚ ਬਗਾਵਤ ਦੇ ਡਰ ਤੋਂ ਮੀਆਂ ਮੀਰ ਦੀ ਛਾਉਣੀ, ਲਾਹੌਰ, ਪਿਸ਼ਾਵਰ, ਨਵਾਂਸ਼ਹਿਰ, ਰਾਵਲਪਿੰਡੀ, ਅੰਬਾਲਾ, ਅੰਮ੍ਰਿਤਸਰ, ਹੁਸ਼ਿਆਰਪੁਰ, ਡੇਰਾ ਜਾਤ ਦੇ ਪੰਜਾਬੀਆਂ ਨੇ ਅਤੇ ਭਾਰਤੀ ਸੈਨਿਕਾਂ ਨੂੰ ਹਥਿਆਰਬੰਦ ਕਰਤਾ। ਫਿਰ ਵੀ ਜਿਹੜੀਆਂ ਜਲੰਧਰ, ਫਿਲੌਰ, ਸਿਆਲਕੋਟ ਅਤੇ ਜੇਹਲਮ ਵਿਖੇ ਸੈਨਿਕਾਂ ਦੀ ਬਗਾਵਤਾਂ ਹੋ ਹੀ ਗਈਆਂ। ਯਾਨੀ ਕਿ ਜਦੋਂ ਇਹ 10 ਮਈ 1857 ਦੇ ਵਿੱਚ ਮੇਰਠ 'ਚ ਇਹ ਚੀਜ਼ਾਂ ਸ਼ੁਰੂ ਹੋਈਆਂ ਤੇ 12 ਮਈ ਨੂੰ ਇਹਦੀ ਜਿਹੜੀ ਖਬਰ ਹੈ ਉਹ ਲਾਹੌਰ ਤੱਕ ਪਹੁੰਚ ਗਈ, ਜਿਹਦੇ ਕਰਕੇ ਪੰਜਾਬ ਦੇ ਵਿੱਚ ਬਗਾਵਤ ਨਾ ਹੋ ਜੇ, ਇਸ ਕਰਕੇ ਕਈ ਜਗ੍ਹਾਵਾਂ ਦੇ ਉੱਤੇ ਕੀ ਕਰ ਦਿੱਤਾ ਗਿਆ, ਬੇਹਥਿਆਰ ਕਰ ਦਿੱਤੇ ਗਏ। ਯਾਨੀ ਕਿ ਸੈਨਿਕਾਂ ਕੋਲੋਂ ਹਥਿਆਰ ਲੈ ਲਿੱਤੇ ਗਏ। ਫਿਰ ਵੀ ਕਈ ਅਜਿਹੇ ਜਿਹੜੇ ਜਗ੍ਹਾਵਾਂ ਸੀਗੀਆਂ ਜਿਵੇਂ ਜਲੰਧਰ, ਫਿਲੌਰ, ਸਿਆਲਕੋਟ, ਜੇਹਲਮ, ਇਹਨਾਂ ਨੇ ਕੀ ਕਰਤਾ, ਸੈਨਿਕਾਂ ਨੇ ਬਗਾਵਤਾਂ ਇੱਥੇ ਸ਼ੁਰੂ ਹੋ ਹੀ ਗਈਆਂ ਸੀਗੀਆਂ। ਲੋਕਾਂ ਦੀ ਬਗਾਵਤ ਸ਼ੁਰੂ ਹੋਈ। ਲੁਧਿਆਣਾ, ਫਿਰੋਜ਼ਪੁਰ ਅਤੇ ਕਈ ਅਜਿਹੀ ਥਾਵਾਂ ਸੀਗੀਆਂ ਜਿੱਥੇ ਬਗਾਵਤਾਂ ਕੀਤੀਆਂ ਗਈਆਂ। ਸਰਸਾ, ਮਿਲਟ ਗੁਮਰੀ, ਮੁਲਤਾਨ, ਬਹਾਵਲਪੁਰ, ਫਾਜ਼ਿਲਕਾ ਆਦਿ ਦੇ ਮੁਸਲਮਾਨ ਲੋਕ ਵੀ ਅੰਗਰੇਜ਼ਾਂ ਦੇ ਖਿਲਾਫ ਖੜੇ ਹੋਏ। ਦਿੱਲੀ, ਰੇਲਖੰਡ, ਰੋਹਤਕ, ਰੇਵਾੜੀ ਕਈ ਅਜਿਹੇ ਸਥਾਨ ਸੀ ਜਿੱਥੇ ਪੰਜਾਬੀਆਂ ਨੇ ਕੀ ਕੀਤੀ ਸੀਗੀ, ਬਗਾਵਤ ਕੀਤੀ ਸੀਗੀ। ਤੇ ਜਿਹੜੇ ਕਰਨਾਲ ਦੇ ਕਈ ਅਜਿਹੇ ਜਾਟ ਪਿੰਡਾਂ ਦੇ ਵਿੱਚ ਸੀਗੇ ਜਿਨ੍ਹਾਂ ਨੇ ਸਰਕਾਰ ਨੂੰ ਕੀ ਕੀਤਾ, ਉਹਨਾਂ ਨੇ ਜ਼ਮੀਨ ਦੀ ਲਗਾਨ ਦੇਣੀ ਜਿਹੜੀ ਆ ਉਹ ਬੰਦ ਕਰ ਦਿੱਤੀ। ਸਰਦਾਰ ਅਹਿਮਦ ਖਾਂ ਖਰਲ ਦੀ ਬਗਾਵਤ। ਅੰਗਰੇਜ਼ੀ ਰਾਜ ਨੂੰ ਮਾਲੀਆ ਨਾ ਦੇਣ ਕਰਕੇ ਖਰਲ ਕਬੀਲੇ ਦੇ ਸਰਦਾਰ ਅਹਿਮਦ ਖਾਂ ਖਰਲ ਨੇ ਬਗਾਵਤ ਕੀਤੀ। ਯਾਨੀ ਕਿ ਉਹਨਾਂ ਨੇ ਅੰਗਰੇਜ਼ਾਂ ਨੂੰ ਕੀ ਨਹੀਂ ਦਿੱਤਾ, ਮਾਲੀਆ ਨਹੀਂ ਦਿੱਤਾ। ਉਸ ਤੋਂ ਬਾਅਦ ਰਾਵੀ ਦਰਿਆ ਦੇ ਵਸਦੇ ਕਈ ਕਬੀਲਿਆਂ ਨੇ ਉਹਨਾਂ ਦਾ ਸਾਥ ਵੀ ਦਿੱਤਾ। ਇਸ ਕਰਕੇ ਅੰਗਰੇਜ਼ ਅਫਸਰ ਤੇ ਕਈ ਫੌਜਾਂ ਦਾ ਕਤਲ ਵੀ ਕਰ ਦਿੱਤਾ ਗਿਆ। ਅੰਤ ਕੀ ਹੋਇਆ ਕਿ ਆਪਣੇ 20 ਘੋੜਿਆਂ ਸਮੇਤ ਅੰਗਰੇਜ਼ਾਂ ਦਾ ਵਿਦਰੋਹ ਕਰਦੇ ਹੋਏ ਪਾਕਪਟਨ ਦੇ ਵਿੱਚ ਇਹ ਕੀ ਹੋ ਗਏ, ਸ਼ਹੀਦ ਹੋ ਗਏ। ਅੱਗੇ ਗੱਲ ਕਰੀਏ ਤਾਂ ਕਹਿੰਦੇ ਪੰਜਾਬ ਵਿੱਚ 1857 ਦੀ ਬਗਾਵਤ ਇਸ ਕਰਕੇ ਕਾਮਯਾਬ ਨਾ ਹੋ ਸਕੀ ਕਿਉਂਕਿ ਜਿਹੜੇ ਪੰਜਾਬੀ ਬਾਗੀਆਂ ਦੇ ਕੋਈ ਵੀ ਉੱਚ ਕੋਟੀ ਦਾ ਨੇਤਾ ਨਹੀਂ ਸੀਗਾ, ਯਾਨੀ ਕਿ ਲੈਵਲ ਦਾ ਨੇਤਾ ਨਹੀਂ ਸੀਗਾ। ਤੇ ਪੰਜਾਬ ਦੇ ਰਾਜਿਆਂ ਨੇ ਅੰਗਰੇਜ਼ਾਂ ਦੇ ਵਿਦਰੋਹ ਕਰਨ ਦੀ ਥਾਂ ਸਗੋਂ ਉਹਨਾਂ ਦਾ ਸਾਥ ਦਿੱਤਾ ਸੀ, ਜਿਹਦੇ ਕਰਕੇ ਪੰਜਾਬ ਦੇ ਵਿੱਚ ਜਿਹੜਾ ਹੈ ਨਾ ਇਹ ਜਿਹੜਾ ਸੰਘਰਸ਼ ਸੀਗਾ ਉਹ ਸਫਲ ਨਹੀਂ ਹੋ ਸਕਿਆ ਸੀਗਾ। ਅੱਗੇ ਗੱਲ ਕਰਦੇ ਹਾਂ ਇਹਦੇ ਕਾਰਨ ਕੀ ਸੀਗੇ, ਯਾਨੀ ਕਿ ਵਿਦਰੋਹ ਦੇ ਆਪਾਂ ਉਹਨੇ ਕੀ ਪੜ੍ਹੇ ਸੀਗੇ, ਅਸਫਲ ਹੋਣ ਦੇ ਕਾਰਨ। ਕਿਉਂਕਿ ਹੁਣ ਆਪਾਂ ਨੂੰ ਪਤਾ ਵੀ 1857 ਦਾ ਜਿਹੜਾ ਵਿਦਰੋਹ ਸੀ ਨਾ ਉਹ ਦਬਾ ਦਿੱਤਾ ਗਿਆ ਸੀਗਾ, ਯਾਨੀ ਕਿ ਉਹਨੂੰ ਬੰਦ ਕਰ ਦਿੱਤਾ ਗਿਆ
ਸੀਗਾ। ਇਹ ਵਿਦਰੋਹ ਜਿਹੜਾ ਨਾ ਸ਼ੁਰੂ ਹੋਣ ਦੀ ਮਿਤੀ ਜਿਹੜੀ ਸੀ ਉਹ 31 ਮਈ 1857 ਨਿਸ਼ਚਿਤ ਕੀਤੀ ਗਈ ਸੀਗੀ, ਪਰੰਤੂ ਇਹ ਜਿਹੜਾ ਵਿਦਰੋਹ ਹੈ ਇਹ ਪਹਿਲਾਂ ਹੀ ਸ਼ੁਰੂ ਹੋ ਗਿਆ ਸੀਗਾ, ਜਦ ਕਿ ਵਿਦਰੋਹੀਆਂ ਦੀ ਪੂਰੀ ਤਿਆਰੀ ਹੋਈ ਨਹੀਂ ਹੋ ਸਕੀ, ਜਿਹਦੇ ਕਰਕੇ ਕੀ ਹੋਇਆ, ਇਹ ਅਸਫਲ ਹੋ ਗਿਆ। ਵਿਦਰੋਹੀਆਂ ਦੇ ਵਿੱਚ ਏਕਤਾ ਦੀ ਕਮੀ, ਯਾਨੀ ਕਿ ਜਿਹੜੇ ਲੜਨ ਵਾਲੇ ਸੀ ਨਾ ਉਹ ਹੀ ਆਪਸ ਦੇ ਵਿੱਚ ਜਿਹੜੇ ਨੇ ਏਕੇ ਬਣਾ ਕੇ ਨਹੀਂ ਚੱਲ ਪਾਏ। ਅੰਗਰੇਜ਼ਾਂ ਨਾਲ ਵਿਦਰੋਹੀ ਕੋਲ ਸਾਧਨ ਬਹੁਤ ਘੱਟ ਸੀਗੇ, ਯਾਨੀ ਕਿ ਸਾਡੇ ਕੋਲ ਸਾਧਨ ਘੱਟ ਸੀ, ਅੰਗਰੇਜ਼ਾਂ ਕੋਲ ਜ਼ਿਆਦਾ ਸੀ। ਵਿਦਰੋਹ ਸਾਰੇ ਭਾਰਤ ਵਿੱਚ ਪੂਰੇ ਫੈਲ ਹੀ ਨਹੀਂ ਸਕਿਆ। ਕੁਝ ਰਿਆਸਤਾਂ ਜਿਵੇਂ ਹੈਦਰਾਬਾਦ ਹੋ ਗਿਆ, ਗਵਾਲੀਅਰ ਹੋ ਗਿਆ, ਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਇਹ ਜਿਹੇ ਲੋਕਾਂ ਨੇ ਕੀ ਕੀਤਾ ਸੀਗਾ, ਅੰਗਰੇਜ਼ਾਂ ਦੀ ਸਹਾਇਤਾ ਕਰਤੀ ਸੀਗੀ। ਫਿਰ ਸਾਡੇ ਕੋਲ ਜਿਹੜੇ ਨੇ ਆਵਾਜਾਈ ਅਤੇ ਸੰਚਾਰ ਦੇ ਸਾਧਨ ਅੰਗਰੇਜ਼ਾਂ ਦਾ ਅਧਿਕਾਰ ਸੀਗਾ, ਸਾਡੇ ਕੋਲ ਹੈ ਨਹੀਂ ਸੀ। ਅੰਗਰੇਜ਼ਾਂ ਨੇ ਆਪਣੀ ਸਾਰੀ ਸ਼ਕਤੀ ਜਿਹੜੀ ਹੈ ਵਿਦਰੋਹਾਂ ਨੂੰ ਖਤਮ ਕਰ ਦਿੱਤਾ, ਯਾਨੀ ਕਿ ਉਹਨਾਂ ਉਹ ਪਾਵਰਫੁਲ ਜ਼ਿਆਦਾ ਸੀਗੇ। ਫਿਰ ਅੰਗਰੇਜ਼ਾਂ ਦੀ ਜਿਹੜੀ ਪ੍ਰਣਾਲੀ ਸੀ, ਗੁਪਤ ਪ੍ਰਣਾਲੀ ਸੀ, ਉਹ ਬੜੀ ਜ਼ਿਆਦਾ ਵਧੀਆ ਸੀਗੀ। ਫਿਰ ਉਸ ਤੋਂ ਬਾਅਦ ਵਿਦਰੋਹੀਆਂ ਕੋਲ ਚੰਗੇ ਸੈਨਾਪਤੀ ਨਹੀਂ ਸੀ, ਯਾਨੀ ਕਿ ਇਹਨਾਂ ਨੂੰ ਲੀਡ ਕਰਨ ਵਾਲਾ ਕੋਈ ਨਹੀਂ ਸੀਗਾ। ਫਿਰ ਵਿਦਰੋਹੀਆਂ ਦੇ ਵਿੱਚ ਸਾਂਝੇ ਉਦੇਸ਼ ਦੀ ਘਾਟ ਸੀ, ਯਾਨੀ ਕਿ ਕੋਈ ਕੇਸ ਪੱਖੋਂ ਲੜ ਰਿਹਾ ਸੀ, ਕੋਈ ਕੇਸ ਪੱਖੋਂ ਲੜ ਰਿਹਾ ਸੀ, ਇਹਨਾਂ ਦਾ ਮੇਨ ਜਿਹੜਾ ਮੋਟਿਵ ਸੀ ਉਹ ਸੇਮ ਨਹੀਂ ਸੀਗਾ। ਉਸ ਤੋਂ ਬਾਅਦ ਇਹਦੇ ਨਤੀਜੇ ਕੀ ਹੋਏ, ਯਾਨੀ ਕਿ ਹੁਣ ਜਿਹੜਾ 1857 ਦਾ ਵਿਦਰੋਹ ਹੋਇਆ, ਇਹਦਾ ਰਿਜ਼ਲਟ ਕੀ ਨਿਕਲਿਆ। ਰਿਜ਼ਲਟ ਇਹ ਨਿਕਲਿਆ, ਭਾਰਤ ਵਿੱਚੋਂ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਖਤਮ ਕਰਕੇ ਇੰਗਲੈਂਡ ਦੀ ਸਰਕਾਰ ਦਾ ਸਿੱਧਾ ਸ਼ਾਸਨ ਸਥਾਪਿਤ ਕਰ ਦਿੱਤਾ ਗਿਆ, ਯਾਨੀ ਕਿ ਈਸਟ ਇੰਡੀਆ ਕੰਪਨੀ ਖਤਮ ਹੋ ਗਈ ਅਤੇ ਇੰਗਲੈਂਡ ਡਾਇਰੈਕਟ ਕੀ ਕਰਨ ਲੱਗ ਗਈ, ਸ਼ਾਸਕ ਜਿਹੜਾ ਹੈ ਇਹਦੇ 'ਤੇ ਸ਼ਾਸਨ ਕਰਨ ਲੱਗ ਗਿਆ। ਭਾਰਤ ਦੇ ਗਵਰਨਰ ਜਨਰਲ ਨੂੰ ਵਾਇਸਰਾਏ ਦੀ ਨਵੀਂ ਉਪਾਧੀ ਦੇ ਦਿੱਤੀ ਗਈ, ਯਾਨੀ ਕਿ ਜਿਹੜਾ ਭਾਰਤ ਦਾ ਗਵਰਨਰ ਜਨਰਲ ਸੀ ਉਹਨੂੰ ਕੀ ਬਣਾ ਦਿੱਤਾ ਗਿਆ, ਵਾਇਸਰਾਏ ਬਣਾ ਦਿੱਤਾ ਗਿਆ। ਭਾਰਤ ਵਿੱਚ ਮੁਗਲ ਵੰਸ਼ ਦੀ ਸਮਾਪਤੀ ਹੋ ਗਈ, ਯਾਨੀ ਕਿ ਮੁਗਲ ਵੰਸ਼ ਨੂੰ ਖਤਮ ਹੀ ਜਿਹੜਾ ਹੋ ਗਿਆ। ਭਾਰਤੀ ਰਾਜਿਆਂ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਮਿਲ ਗਈ, ਕਿਉਂਕਿ ਇਹ ਮਨਾ ਹੋ ਗਿਆ ਸੀਗਾ ਪਹਿਲਾਂ। ਅੰਗਰੇਜ਼ ਕਿਸੇ ਵੀ ਰਿਆਸਤ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰਨ ਦੀਆਂ ਨੀਤੀਆਂ ਦਾ ਤਿਆਗ ਕਰ ਦਿੱਤਾ ਗਿਆ, ਯਾਨੀ ਕਿ ਜਿੰਨੇ ਵੀ ਦੇਸੀ ਰਾਜ ਰਿਆਸਤਾਂ ਸੀਗੀਆਂ ਉਹ ਅੰਗਰੇਜ਼ ਜਿਹੜੇ ਨੇ ਆਪਦੇ ਅੰਦਰ ਸ਼ਾਮਿਲ ਜਿਹੜੇ ਨਹੀਂ ਕਰ ਪਾ ਰਹੇ ਸੀਗੇ। ਫਿਰ ਇਸ ਤੋਂ ਬਾਅਦ ਅੱਗੇ ਗੱਲ ਕਰੀਏ ਸਮਾਜਿਕ ਨਤੀਜੇ ਕੀ ਹੋਏ। 1 ਨਵੰਬਰ 1858 ਨੂੰ ਇੰਗਲੈਂਡ ਦੀ ਰਾਣੀ ਵਿਕਟੋਰੀਆ ਨੇ ਇਹ ਐਲਾਨ ਕਰਤਾ ਕਿ ਭਾਰਤ ਜਿਹੜਾ ਹੈ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਜਾਏਗੀ। ਭਾਰਤੀ ਸਰਕਾਰ ਨੂੰ ਨੌਕਰੀਆਂ ਦੀ ਯੋਗਤਾ ਦੇ ਆਧਾਰ 'ਤੇ ਜਿਹੜੀ ਹੈ ਦਿੱਤੀ ਜਾਏਗੀ, ਯਾਨੀ ਕਿ ਉਹ ਕਹਿੰਦੇ ਕਿ ਧਰਮ ਉਹਨਾਂ ਨੂੰ ਕਲਰ ਦੇ ਆਧਾਰ 'ਤੇ ਜਾਂ ਫਿਰ ਕਿਸੇ ਭੇਦਭਾਵ 'ਤੇ ਨਹੀਂ ਰੱਖਿਆ ਜਾਏਗਾ। ਉਹਨਾਂ ਨੂੰ ਨੌਕਰੀਆਂ ਜਿਹੜੀਆਂ ਨੇ ਯੋਗਤਾ ਦੇ ਆਧਾਰ 'ਤੇ ਦਿੱਤੀਆਂ ਜਾਣਗੀਆਂ ਅਤੇ ਉੱਚੇ ਅਹੁਦੇ ਵੀ ਦਿੱਤੇ ਜਾਣਗੇ। ਫਿਰ 1857 ਦੇ ਵਿਦਰੋਹ ਤੋਂ ਬਾਅਦ ਅੰਗਰੇਜ਼ਾਂ ਨੇ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਅਪਣਾ ਲਈ, ਜਿਸ ਕਰਕੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਉਹਨਾਂ ਨੇ ਆਪਸ 'ਚ ਲੜਾ ਦਿੱਤਾ, ਜਿਹਦੇ ਕਰਕੇ ਉਹ ਭਾਰਤ ਉੱਤੇ ਆਪਣਾ ਰਾਜ ਜਿਹੜਾ ਹੈ ਉਹ ਸਥਾਪਿਤ ਕਰ ਸਕਣ। ਅੱਗੇ ਗੱਲ ਕਰੀਏ ਸੈਨਿਕ ਨੀਤੀ। ਇਹਨਾਂ ਨੇ ਕੀ ਕੀਤਾ, ਸੈਨਿਕਾਂ ਦੀ ਗਿਣਤੀ ਜਿਹੜੀ ਹੈ ਘਟਾ ਦਿੱਤੀ, ਯਾਨੀ ਕਿ ਇਹਨਾਂ ਨੇ ਇੰਡੀਅਨ ਸੈਨਿਕ ਜਿਹੜੇ ਨੇ ਉਹ ਘਟਾ ਕੇ ਯੂਰਪੀਅਨ ਸੈਨਿਕ ਜਿਹੜੇ ਵਧਾਤੇ, ਕਿਉਂਕਿ ਇਹਨਾਂ ਨੂੰ ਇਹ ਪਤਾ ਸੀਗਾ ਕਿ ਅਸੀਂ ਇੰਡੀਆ ਦੇ ਸੈਨਿਕ ਜੇਕਰ ਅੰਡਰ ਕਰਾਂਗੇ ਤਾਂ ਇਹ ਸਾਡਾ ਹੀ ਬਾਅਦ 'ਚ ਕੀ ਕਰਨਗੇ, ਫਾਇਦਾ ਚੱਕ ਲੈਣਗੇ। ਫਿਰ ਅੰਗਰੇਜ਼ਾਂ ਦੇ ਵਿਦਰੋਹ ਦੇ ਟਾਕਰੇ ਨੂੰ ਟਾਲਿਆ ਜਾ ਸਕੇ, ਇਸ ਕਰਕੇ ਕੀਤਾ। ਫਿਰ ਤੋਪਖਾਨਿਆਂ ਵਿੱਚ ਕੇਵਲ ਯੂਰਪੀਅਨ ਸੈਨਿਕ ਰੱਖੇ ਗਏ। ਧਰਮ ਅਤੇ ਜਾਤ ਦੇ ਆਧਾਰ 'ਤੇ ਕਈ ਟੁਕੜੀਆਂ ਜਿਹੜੀਆਂ ਨੇ ਬਣਾ ਦਿੱਤੀਆਂ ਗਈਆਂ, ਜਿਹਦੇ ਨਾਲ ਇਕੱਠੇ ਹੋ ਕੇ ਅੰਗਰੇਜ਼ੀ ਸਰਕਾਰ ਦਾ ਜਿਹੜਾ ਵਿਦਰੋਹ ਹੈ ਉਹ ਨਾ ਹੋ ਸਕੇ। ਫਿਰ ਆਰਥਿਕ ਨਤੀਜੇ ਕੀ ਹੋਏ ਕਿ ਜਿਹੜਾ ਭਾਰਤ ਦਾ ਸ਼ਾਸਨ ਪ੍ਰਬੰਧ ਸੀਗਾ ਉਹ ਇੰਗਲੈਂਡ ਸਰਕਾਰ ਚਲਾਉਣ ਲੱਗ ਗਈ, ਅਤੇ ਜਿਹਦੇ ਕਰਕੇ ਵਪਾਰਕ ਬੰਦਸ਼ਾਂ ਜਿਹੜੀਆਂ ਨੇ ਉਹ ਲਗਾ ਦਿੱਤੀਆਂ ਗਈਆਂ। ਸਿੱਟੇ ਵਜੋਂ ਭਾਰਤ ਨੂੰ ਵਪਾਰ ਦਾ ਕਾਫੀ ਨੁਕਸਾਨ ਹੋਇਆ, ਜਿਹਦੇ ਕਰਕੇ ਜਿਹੜਾ ਭਾਰਤ ਹੈ ਉਹ ਗਰੀਬ ਦੇਸ਼ ਹੁੰਦਾ ਜਾ ਗਿਆ। ਫਿਰ ਅੱਗੇ ਗੱਲ ਕਰਦੇ ਹਾਂ ਭਾਰਤੀ ਸੈਨਾ ਦਾ ਪੁਨਰਗਠਨ ਹੋਇਆ, ਯਾਨੀ ਕਿ ਭਾਰਤੀ ਸੈਨਾ ਜਿਹੜੀ ਹੈ ਉਹਨਾਂ ਨੂੰ ਘੱਟ ਜ਼ਿੰਮੇਵਾਰੀ ਦਿੱਤੀ ਗਈ ਸੀ ਅਤੇ ਯੂਰਪੀਅਨ ਫੌਜਾਂ ਜਿਹੜੀਆਂ ਨੇ ਉਹ ਵਧਾ ਦਿੱਤੀਆਂ ਗਈਆਂ ਸੀ, ਜਿਹਦੇ ਕਰਕੇ ਇਹਨਾਂ ਨੇ ਆਪਣੀਆਂ ਫੌਜਾਂ ਜਿਹੜੀਆਂ ਨੇ ਉਹ ਕ੍ਰੀਏਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਉਸ ਤੋਂ ਬਾਅਦ ਪ੍ਰਦੇਸ਼ਕ ਫੌਜਾਂ, ਯਾਨੀ ਕਿ ਅਵਧ ਦੀ ਰਿਆਸਤ ਜਿਹੜੀ ਬੜੀ ਅਮੀਰ ਹੁੰਦੀ ਸੀਗੀ ਉਸ ਟਾਈਮ 'ਤੇ, ਅਤੇ ਅੰਗਰੇਜ਼ਾਂ ਨੇ ਇਸ 'ਤੇ ਕਬਜ਼ਾ ਕਰਨ ਦਾ ਅਨੁਚਿਤ ਢੰਗ ਅਪਣਾਏ। ਅਵਧ ਦੇ ਨਵਾਬ ਜਿਹੜੇ ਸੀਗੇ ਉਹ ਵਾਜਿਦ ਅਲੀ ਸ਼ਾਹ ਨੇ ਹਮੇਸ਼ਾ ਅੰਗਰੇਜ਼ਾਂ ਦੇ ਲਈ ਵਫਾਦਾਰ ਰਿਹਾ ਸੀ, ਪਰੰਤੂ ਅੰਗਰੇਜ਼ਾਂ ਨੇ ਉਹਦੇ ਰਾਜ ਦੇ ਵਿੱਚ ਕੀ ਕਰਨੀ ਸ਼ੁਰੂ ਕਰਤੀ, ਦਖਲ ਅੰਦਾਜ਼ੀ ਸ਼ੁਰੂ ਕੀਤੀ, ਜਿਹਦੇ ਕਰਕੇ ਉਹਨਾਂ ਨੇ ਆਪਣੇ ਰਾਜ ਵਿੱਚ ਅੰਗਰੇਜ਼ੀ ਸੈਨਾ ਜਿਹੜੀ ਰੱਖਣ ਨੂੰ ਮਜਬੂਰ ਕਰ ਦਿੱਤਾ। ਕੁਝ ਸਮੇਂ ਪਿੱਛੋਂ ਸਾਰੀ ਦੇਸੀ ਸੈਨਾ ਨੂੰ ਹਟਾ ਕੇ ਅੰਗਰੇਜ਼ੀ ਸੈਨਾ ਰੱਖ ਦਿੱਤੀ ਗਈ। ਇਸ ਦਾ ਕਰਕੇ ਨਵਾਬ ਉੱਤੇ ਖਰਚਾ ਜਿਹੜਾ ਬੜਾ ਜ਼ਿਆਦਾ ਹੀ ਹੋ ਗਿਆ, ਜਿਹਦੇ ਕਰਕੇ
ਸੈਨਾ ਵਿੱਚੋਂ ਬਰਖਾਸਤ ਕੀਤੇ ਗਏ ਭਾਰਤੀ ਸੈਨਿਕ ਜਿਹੜੇ ਸੀਗੇ ਉਹ ਬੇਕਾਰ ਹੋ ਗਏ। 1856 ਦੇ ਵਿੱਚ ਅੰਗਰੇਜ਼ਾਂ ਨੇ ਅਵਧ ਦੇ ਨਵਾਬ ਵਾਜਿਦ ਅਲੀ ਨਾਲ ਭੈੜਾ ਸ਼ਾਸਨ ਦਾ ਦੋਸ਼ ਲਗਾ ਕੇ ਉਹਨੂੰ ਉਸ ਦੀ ਜਿਹੜੀ ਰਿਆਸਤ ਹੈ ਉਹਨੂੰ ਅੰਗਰੇਜ਼ੀ ਰਾਜ ਦੇ ਵਿੱਚ ਕੀ ਕਰ ਲਿਆ, ਸ਼ਾਮਲ ਕਰ ਲਿਆ, ਜਿਹਦੇ ਕਰਕੇ ਵੱਡੀ ਸੰਖਿਆ ਦੇ ਵਿੱਚ ਜਿਹੜੀ ਅਵਧ ਦੀ ਰਿਆਸਤ ਦੇ ਸੈਨਿਕ ਅਤੇ ਕਿਸਾਨ ਅਤੇ ਤਾਲੁਕਾਦਾਰ ਨੇ 1857 ਦੇ ਵਿੱਚ ਵਿਦਰੋਹ ਦੇ ਵਿੱਚ ਕੀ ਕਰ ਲਿਆ, ਭਾਗ ਲਿਆ ਜੇ ਸੀਗਾ। ਇਹ ਕੁਝ ਇੰਪੋਰਟੈਂਟ ਜਿਹੜੇ ਆਸਪੈਕਟ ਨੇ ਜਿਨ੍ਹਾਂ ਨੂੰ ਤੁਸੀਂ ਯਾਦ ਕਰਨਾ ਹੈ, ਇਹ ਤੁਸੀਂ खुद ब खुद रीड कर लेना क्योंकि ये मैं ऊपर ऑलरेडी ही डिस्कस करके आ चुकी हाँ। ठीक है, उम्मीद करती हाँ तुहानूं ये वाला टॉपिक जिहड़ा है वो समझ आया होएगा। जिन्नी को इहदे विच लिखिया होया है ना सिर्फ उन्ना कोई इंपॉर्टेंट है, ज़्यादा डिटेल दे विच जाण दी ज़रूरत नहीं है, सिर्फ आही कर लेना। हुण आपां चलदे हाँ अपने MCQs सैशन दे उत्ते। MCQs वाले जिहड़े आपां 20 क्वेश्चन करांगे, जिहदे विचों 10 क्वेश्चन जिहड़े ओह मैं तुहानूं करवा दूँगी ते 10 क्वेश्चन जिहड़े तुसीं अपने आप ट्राई करने होणगे। ठीक है जी, जिन्हां दे आंसर जिहड़े तुहानूं PDF दे विच नाल दी नाल ही दे दित्ते जाणगे ताकि तुहानूं किसी भी प्रकार की दिक्कत जिहड़ी है वो ना आए। शुरू करते हाँ ਇਹਦੇ ਵਿੱਚੋਂ ਕਹਿੰਦੇ 1857 ਦਾ ਵਿਦਰੋਹ ਜਿਸ ਨੂੰ ਭਾਰਤੀ ਵਿਦਰੋਹ ਵੀ ਕਿਹਾ ਜਾਂਦਾ ਹੈ, ਕਿਸ ਦੇਸ਼ ਵਿੱਚ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਇੱਕ ਵੱਡਾ ਵਿਦਰੋਹ ਹੋਇਆ ਸੀ, ਯਾਨੀ ਕਿ ਕਿਹੜੇ ਦੇਸ਼ ਨਾਲ ਜੁੜਿਆ ਹੋਇਆ ਹੈ। ਤਾਂ ਓਬਵੀਅਸ ਹੀ ਗੱਲ ਹੈ ਕਿ ਆਪਾਂ ਭਾਰਤੀ ਹਾਂ ਤਾਂ ਭਾਰਤ ਦੇ ਦੇਸ਼ ਨਾਲ ਜੁੜਿਆ ਹੋਇਆ ਹੈ। ਵਿਦਰੋਹ 10 ਮਈ 1857 ਨੂੰ ਕਿਹੜੇ ਸ਼ਹਿਰ ਵਿੱਚ ਸ਼ੁਰੂ ਹੋਇਆ ਸੀਗਾ, ਯਾਨੀ ਕਿ ਸਭ ਤੋਂ ਪਹਿਲਾਂ 10 ਮਈ ਨੂੰ ਜਿਹੜਾ ਵਿਦਰੋਹ ਹੋਇਆ ਸੀ ਉਹ ਕਿੱਥੇ ਹੋਇਆ ਸੀਗਾ, ਉਹ ਹੋਇਆ ਸੀ ਦਿੱਲੀ ਦੇ ਵਿੱਚ। ਅੱਗੇ ਗੱਲ ਕਰਦੇ ਹਾਂ, ਆਖਿਰ ਮੁਗਲ ਬਾਦਸ਼ਾਹ ਕੌਣ ਸੀਗਾ ਜੋ ਬਗਾਵਤ ਦਾ ਪ੍ਰਤੀਕ ਬਣਿਆ ਅਤੇ ਬਗਾਵਤ ਦਾ ਨਾਮ ਮਾਤਰ ਆਗੂ ਐਲਾਨਿਆ ਗਿਆ, ਯਾਨੀ ਕਿ ਕਿਹੜਾ ਬੰਦਾ ਸੀਗਾ ਜਿਹੜਾ ਲਾਸਟ ਬਾਦਸ਼ਾਹ ਸੀਗਾ, ਤਾਂ ਬਹਾਦਰ ਸ਼ਾਹ ਸੀਗਾ। ਬਗਾਵਤ ਦਾ ਤੁਰੰਤ ਕਾਰਨ ਨਵੀਂ ਐਨਫੀਲਡ ਰਾਈਫਲ ਲਈ ਕਿਸ ਕਿਸਮ ਦੇ ਕਾਰਤੂਸ ਦੀ ਸ਼ੁਰੂਆਤ ਕੀਤੀ ਗਈ ਸੀਗੀ। ਇਹਦੇ ਵਿੱਚ ਕੀ ਸੀਗਾ, ਜਾਨਵਰਾਂ ਦੀ ਚਰਬੀ ਨਾਲ ਗ੍ਰੇਸ ਕੀਤੇ ਜਾਣ ਵਾਲੇ ਕਾਰਤੂਸ ਸੀਗੇ, ਯਾਨੀ ਕਿ ਕਾਗਜ਼ ਜਿਹੜਾ ਸੀਗਾ ਉਹਦੇ ਉੱਤੇ ਚਰਬੀ ਲਗਾਈ ਜਾਂਦੀ ਸੀਗੀ। ਅੱਗੇ ਗੱਲ ਕਰਦੇ, ਕਹਿੰਦੇ ਜਿਹੜਾ ਸ਼ਹਿਰ ਬਗਾਵਤ ਦਾ ਕੇਂਦਰ ਬਣਿਆ ਤੇ ਲੰਬੀ ਘੇਰਾਬੰਦੀ ਤੋਂ ਬਾਅਦ ਬ੍ਰਿਟਿਸ਼ ਫੌਜਾਂ ਨੇ ਮੁੜ ਕਬਜ਼ਾ ਕਰ ਲਿਆ, ਉਹ ਕਿਹੜਾ ਸੀਗਾ, ਉਹ ਸੀਗਾ ਲਖਨਊ। ਝਾਂਸੀ ਦੀ ਰਾਣੀ ਕੌਣ ਸੀ ਜਿਸ ਨੇ ਬਗਾਵਤ ਦੇ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਅਤੇ ਭਾਰਤ ਦੇ ਵਿਦਰੋਹ ਦੇ ਪ੍ਰਤੀਕ ਬਣੀ। ਤਾਂ ਝਾਂਸੀ ਦੀ ਰਾਣੀ ਕੌਣ ਸੀਗੀ, ਰਾਣੀ ਲక్ష్ਮੀ ਬਾਈ ਸੀਗੀ। ਠੀਕ ਹੈ, ਅੱਗੇ ਗੱਲ ਕਰਦੇ ਹਾਂ 1857 ਦੇ ਵਿਦਰੋਹ ਨੇ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਇੱਕ ਵਿਆਪਕ ਵਿਦਰੋਹ ਦੇਖਿਆ। ਕਿਹੜਾ ਖੇਤਰ ਇੱਕ ਵੱਡੀ ਬਗਾਵਤ ਦੀ ਗਵਾਹੀ ਨਹੀਂ ਹੈ, ਯਾਨੀ ਕਿ ਵੱਡੀ ਉਹਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਜਿਹੜਾ ਵਿਦਰੋਹ ਹੈ ਉਹ ਨਹੀਂ ਹੋਇਆ ਸੀਗਾ, ਉਹ ਕਿਹੜਾ ਹੈ, ਤਾਂ ਉਹ ਹੈ ਤਾਮਿਲਨਾਡੂ। ਆਪਾਂ ਕਿਤੇ ਵੀ ਤਾਮਿਲਨਾਡੂ ਦਾ ਨਾਮ ਨਹੀਂ ਸੁਣਿਆ ਹੈ, ਬਿਹਾਰ ਦਾ ਨਾਮ ਵੀ ਸੁਣਿਆ ਸੀ, ਅਵਧ ਵੀ ਪੜ੍ਹਿਆ ਸੀ ਤੇ ਪੰਜਾਬ ਵੀ ਪੜ੍ਹਿਆ ਸੀਗਾ। ਅੱਗੇ ਗੱਲ ਕਰਦੇ ਹਾਂ, ਬਗਾਵਤ ਦੌਰਾਨ ਭਾਰਤ ਦੇ ਬ੍ਰਿਟਿਸ਼ ਗਵਰਨਰ ਜਨਰਲ ਕੌਣ ਸੀਗੇ, ਯਾਨੀ ਕਿ ਜਦੋਂ ਬਗਾਵਤ ਚੱਲ ਰਹੀ ਸੀ। ਤਾਂ ਇਹਦਾ ਉੱਤਰ ਤੁਹਾਨੂੰ ਆ ਜਾਣਾ ਚਾਹੀਦਾ ਹੈ, ਇਸ ਟਾਈਮ ਲਾਰਡ ਕੈਨਿੰਗ ਸੀਗੇ। ਅੰਗਰੇਜ਼ਾਂ ਨੇ ਬਗਾਵਤ ਨੂੰ ਸਫਲਤਾਪੂਰਵਕ ਦਬਾ ਦਿੱਤਾ ਅਤੇ ਭਾਰਤ ਉੱਤੇ ਮੁੜ ਕਬਜ਼ਾ ਕਰ ਲਿਆ। ਕਦੋਂ ਕਰ ਲਿਆ ਸੀਗਾ, 1858 ਦੇ ਵਿੱਚ, ਯਾਨੀ ਕਿ ਇਹ 1857 ਦਾ ਵਿਦਰੋਹ ਸੀਗਾ ਤੇ ਜਿਹੜੇ ਅੰਗਰੇਜ਼ ਸੀਗੇ ਉਹਨਾਂ ਨੇ 1858 ਦੇ ਵਿੱਚ ਵਾਪਸ ਸਭ ਸਟੇਬਲ ਕਰ ਲਿਆ ਸੀਗਾ। ਬਗਾਵਤ ਦਾ ਪ੍ਰਭਾਵ ਬਹੁਤ ਮਹੱਤਵਪੂਰਨ ਸੀ, ਇਹਨਾਂ ਵਿੱਚੋਂ ਕਿਹੜਾ ਬਗਾਵਤ ਦਾ ਨਤੀਜਾ ਨਹੀਂ ਸੀਗਾ, ਯਾਨੀ ਕਿ ਈਸਟ ਇੰਡੀਆ ਕੰਪਨੀ ਦਾ ਅੰਤ ਹੋ ਗਿਆ, ਬਿਲਕੁਲ ਸਹੀ ਹੋ ਗਿਆ। ਉਸ ਤੋਂ ਬਾਅਦ ਬ੍ਰਿਟਿਸ਼ ਤਾਜ ਦੁਆਰਾ ਭਾਰਤ ਦਾ ਸਿੱਧਾ ਜਿਹੜਾ ਨਿਯੰਤਰਣ ਹੋ ਗਿਆ ਸੀ, ਯਾਨੀ ਕਿ ਬ੍ਰਿਟਿਸ਼ ਰਾਜ ਜਿਹੜਾ ਡਾਇਰੈਕਟ ਕਰਨ ਲੱਗ ਗਏ ਸੀਗੇ ਇੰਗਲੈਂਡ ਤੋਂ, ਬਿਲਕੁਲ ਇਹ ਵੀ ਸਹੀ ਸੀਗਾ। ਕਹਿੰਦੇ ਭਾਰਤ ਵਿੱਚ ਜਾਤ ਪ੍ਰਣਾਲੀ ਖਤਮ ਹੋ ਗਈ, ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਸੀਗਾ, ਯਾਨੀ ਕਿ ਇਹ ਤਾਂ ਹਾਲੇ ਵੀ ਚਲਦੀ ਆ ਰਹੀ ਸੀਗੀ ਅੱਗੇ ਫਰਦਰ, ਕਿਉਂਕਿ ਇਸੇ ਨੂੰ ਹੀ ਤਾਂ ਉਹਨਾਂ ਨੇ ਯੂਜ਼ ਕੀਤਾ ਸੀਗਾ। ਠੀਕ ਹੈ ਜੀ, ਉਮੀਦ ਕਰਦੀ ਹਾਂ ਇਹ 10 ਕੁਐਸਚਨ ਤੁਹਾਨੂੰ ਸਮਝ ਆਏ ਹੋਣਗੇ। ਅਗਲੇ 10 ਕੁਐਸਚਨ ਤੁਹਾਡੇ ਲਈ ਨੇ, ਤੁਸੀਂ ਆਪਣੇ ਆਪ ਪਹਿਲਾਂ ਇਹਨਾਂ ਨੂੰ ਟਰਾਈ ਕਰੋਗੇ, ਫਿਰ ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਦੇ ਆਨਸਰ ਜਿਹੜੇ ਆ ਉਹ ਚੈੱਕ ਕਰ ਲਓਗੇ। ਠੀਕ ਹੈ ਜੀ, ਉਮੀਦ ਕਰਦੀ ਹਾਂ ਤੁਹਾਨੂੰ ਇਹ ਵਾਲਾ ਜਿਹੜਾ ਸੈਸ਼ਨ ਹੈ ਉਹ ਪਸੰਦ ਆਏਗਾ। ਵੀਡੀਓ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਕਿਉਂਕਿ ਤੁਹਾਡਾ ਇੱਕ ਲਾਈਕ, ਤੁਹਾਡਾ ਇੱਕ ਸ਼ੇਅਰ, ਤੁਹਾਡਾ ਇੱਕ ਸਬਸਕ੍ਰਾਈਬ ਇਹ ਮੋਟੀਵੇਟ ਕਰਦਾ ਹੈ ਮੈਨੂੰ ਕਿ ਮੈਂ ਹੋਰ ਵਧੀਆ ਵੀਡੀਓਜ਼ ਤੇ ਵਧੀਆ ਟੌਪਿਕਸ ਜਿਹੜੇ ਆ ਉਹ ਤੁਹਾਡੇ ਲਈ ਰਿਕਾਰਡ ਕਰਕੇ ਅਪਲੋਡ ਕਰਦੀ ਨਾ ਤੇ ਲਾਈਵ ਸੈਸ਼ਨ ਲੈਂਦੀ ਨਾ। ਲਾਈਵ ਸੈਸ਼ਨ ਜਿਹੜਾ ਹੈ ਉਹ ਜਲਦੀ ਸ਼ੁਰੂ ਕਰਾਂਗੇ ਮੈਥਸ ਦਾ, ਜਿਹਦੇ ਵਿੱਚ ਆਪਾਂ ਮੈਥਸ ਦੇ ਸਾਰੇ ਟੌਪਿਕਸ ਨੂੰ ਲਾਈਵ ਕਰਾਂਗੇ। ਮੈਥਸ ਤੇ ਰੀਜ਼ਨਿੰਗ ਆਪਾਂ ਲਾਈਵ ਕਰਾਂਗੇ, ਬਾਕੀ ਜਿੰਨੀਆਂ ਵੀ ਵੀਡੀਓਜ਼ ਨੇ ਉਹ ਤੁਹਾਨੂੰ ਰਿਕਾਰਡਿੰਗ ਅਵੇਲੇਬਲ ਕਰਵਾਇਆ ਕਰਾਂਗੇ ਤਾਂ ਕਿ ਤੁਸੀਂ ਆਰਾਮ ਨਾਲ ਬੈਠ ਕੇ ਇਹਨਾਂ ਨੂੰ ਅੱਛੇ ਤਰੀਕੇ ਨਾਲ ਸੁਣ ਸਕੋ।